कल असी 13 ਤੋਂ 22 तक श्लोक समझण ਦਾ ਯਤਨ ਕੀਤਾ ਸੀ। ਸਾਰਾ ਟੌਪਿਕ ਸੀ ਕਿ ਇਨਸਾਨ ਨੂੰ ਦੁੱਖ ਕਿਉਂ ਲੱਗਦਾ ਹੈ। ਇਸ ਕਰਕੇ ਸਾਨੂੰ 9ਵਾਂ 10ਵਾਂ ਸ਼ਲੋਕ ਪਹਿਲਾਂ ਨਾਲ ਪਿਕਅਪ ਕਰਨਾ ਪਿਆ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸਭ ਸੁਖ ਦਾਤਾ ਰਾਮ ਹੈ। ਤੈਨੂੰ ਦੁੱਖ ਲੱਗੇ ਹੋਏ ਨੇ ਤੇ ਦੁੱਖ ਬਾਹਰਲੇ ਸਰੀਰਕ ਨਹੀਂ, ਤੇਰਾ ਅੰਤਰ ਆਤਮਾ ਦੁਖੀ ਰਹਿੰਦਾ ਹੈ। ਉਸ ਦੁਖੀ ਆਤਮੇ ਦਾ ਸਭ ਸੁਖ ਦਾਤਾ ਰਾਮ ਹੈ, ਸਾਰੇ ਸੁੱਖਾਂ ਦਾ ਦਾਤਾ। ਇਹ ਏਅਰ ਕੰਡੀਸ਼ਨ ਔਰ ਸੋਨਾ ਚਾਂਦੀ ਔਰ ਕਾਰਾਂ ਦੇ ਸੁੱਖਾਂ ਦੀ ਗੱਲ ਨਹੀਂ ਚੱਲ ਰਹੀ, ਕਿਉਂਕਿ ਉਹਨਾਂ ਦੇ ਹੁੰਦਿਆਂ ਵੀ ਅਸੀਂ ਦੁਖੀ ਹੁੰਦੇ ਹਾਂ। ਸੋ ਮਨ ਦੇ ਜਿਹੜੇ ਸਾਰੇ ਸੁੱਖ ਨੇ, ਉਹ ਸਾਰੇ ਸੁੱਖਾਂ ਦਾ ਦਾਤਾ ਰਾਮ ਹੈ। ਮੀਨਸ ਗੋਡ, ਵਾਹਿਗੁਰੂ, ਰੱਬ ਜੀ, ਅੱਲਾ, ਖੁਦਾ। ਜੇਕਰ ਤੂੰ ਉਹਨੂੰ ਅਚੀਵ ਕਰ ਲਵੇਂ, ਉਹਨੂੰ ਅਚੀਵ ਕਰਨ ਵਿੱਚ ਵਿਚਕਾਰ ਇੱਕ ਰੁਕਾਵਟ ਹੈ ਮੇਰੇ ਮਨ, ਉਹ ਰੁਕਾਵਟ ਹੈ ਵਾਈਸਿਸ, ਵਿਕਾਰ। ਵਿਕਾਰ ਸਾਰਿਆਂ ਦੀ ਉਪਜ ਸ਼ੁਰੂ ਹੁੰਦੀ ਹੈ ਹਉਮੈ ਤੋਂ, ਜਿਸ ਨੂੰ ਈਗੋ ਕਹਿੰਦੇ ਨੇ। ਹਉਮੈ ਸਾਰੇ ਕਹਿੰਦੇ ਨੇ ਹੰਕਾਰ ਕਰਨਾ ਬੜੀ ਗਲਤ ਬਾਤ ਹੈ, ਫਲਾਣਾ ਬੜਾ ਈਗੋਇਸਟਿਕ ਹੈ, ਫਲਾਣੇ ਨੂੰ ਤੇ ਹਉਮੈ ਹੀ ਮਾਰ ਗਈ ਹੈ। ਅਸੀਂ ਕਈ ਜਾਣਦੇ ਹਾਂ, ਪਰ ਇਹ ਨਹੀਂ ਪਤਾ ਕਿ ਮੈਨੂੰ ਹੀ ਤੇ ਹਉਮੈ ਹੈ। ਆਈ ਐਮ ਆਲਸੋ ਈਗੋਇਸਟਿਕ। ਮੈਂ ਵੀ ਅਹੰਕਾਰ ਦੇ ਕੰਟੇ ਨਾਲ ਚੁੱਭ ਰਿਹਾ, ਦੁੱਖ ਰਿਹਾ। ਫਿਰ ਗੁਰੂ ਸਾਹਿਬ ਵੀ ਕਹਿੰਦੇ ਨੇ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਏ। ਜਿਉਂ ਜਿਉਂ ਚਲੈ ਚੁਭੈ, ਟੁਰਦਾ ਚੁਭਦਾ, ਦੁੱਖ ਪਾਵੇ। ਇਸ ਨੂੰ ਦੁੱਖ ਲੱਗਦਾ ਔਰ ਉਸ ਦੁੱਖ ਦਾ ਪਤਾ ਨਹੀਂ ਹੈ। ਤੁਸੀਂ ਕਦੀ ਨੋਟਿਸ ਕਰਨਾ, ਜਿਸ ਇਨਸਾਨ ਦੇ ਪੈਰ ਵਿੱਚ ਕੰਡਾ ਚੁੱਭਿਆ ਹੋਵੇ ਜਾਂ ਕਿੱਲ ਚੁੱਭੀ ਹੋਵੇ ਜਾਂ ਬਹੁਤ ਸਖਤ ਉਹਦਾ ਕੋਈ ਪੈਰ ਤੇ ਜ਼ਖਮ ਹੋਵੇ, ਤੇ ਜਾਂ ਉਸ ਨੂੰ ਉਸ ਜ਼ਖਮ ਦਾ ਫੋੜਾ ਇੰਨਾ ਹੋਵੇ ਜਿਹਨੂੰ ਚੀਰਾ ਪਾਉਣਾ ਹੈ, ਉਹ ਵੱਧ ਤੋਂ ਵੱਧ ਇਹ ਕਰ ਸਕਦਾ ਵੀ ਅੱਛਾ ਮੈਂ ਬੈੱਡ ਤੇ ਬੈਠਾ ਰਹੂੰਗਾ। ਕਦੋਂ ਤੱਕ? ਜਦੋਂ ਵੀ ਪੈਰ ਰੱਖੇਗਾ ਚੁੱਭੇਗਾ, ਜਦੋਂ ਵੀ ਪੈਰ ਰੱਖੇਗਾ ਦਰਦ ਹੋਏਗਾ। ਗੁਰੂ ਸਾਹਿਬ ਕਹਿੰਦੇ ਨੇ ਜਿਉਂ ਜਿਉਂ ਚੱਲੈ ਚੁੱਭੈ। ਕੀ ਚੁੱਭਦਾ? ਹਉਮੈ। ਹਉਮੈ ਸਾਰੇ ਵਾਈਸਿਸ ਦੀ ਪਿਓ ਹੈ, ਸਾਰੇ ਵਿਕਾਰਾਂ ਦਾ ਪਿਓ, ਸਾਰੀ ਬਾਰਾਤ ਦਾ ਮੇਨ ਦੂਲਾ ਹਉਮੈ। ਔਰ ਉਸ ਤੋਂ ਸਾਰੇ ਹੀ ਦੁੱਖ ਜਿਤਨੇ ਵੀ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਤ੍ਰਿਸ਼ਨਾ, ਆਸ਼ਾ ਅਤੇ ਹੇਟਰੇਡ, ਜੈਲਸੀ, ਈਰਖਾ, ਇਹ ਸਾਰੇ ਪੈਦਾ ਹੁੰਦੇ ਨੇ। ਇਸ ਕਰਕੇ ਕੱਲ ਅਸੀਂ ਸਮਝਿਆ ਸੀ ਇਹਨਾਂ ਸਾਰਿਆਂ ਤੋਂ ਗੱਤ ਜੇ ਕਰਾਣੀ ਹੈ, ਆਪਣੀ ਗਤੀ ਕਰਾਣੀ ਹੈ, ਇਹਨਾਂ ਤੋਂ ਜੇ ਬਚਣਾ ਹੈ, ਤਾਂ ਇੱਕੋ ਹੀ ਤਰੀਕਾ ਹੈ ਕਿ ਸਤਿਗੁਰ ਦੀ ਮੱਤ ਲੈ ਲੈ। ਕੋਈ ਵੀ ਇਨਸਾਨ एथीस्ट है, कम्युनिस्ट है, नास्तिक है, भगवान को मानता है या नहीं मानता, कोई भी अपने आप को आस्तिक है ਤਾਂ ਵੀ ਹੈ, ਪਰ ਹਰ ਕਿਸੇ ਨੂੰ ਆਪਣੇ ਮਨ ਦੇ ਚੈਨ ਦੀ ਤਲਾਸ਼ ਹੈ। ਭਾਵੇਂ ਉਹ ਨਾਸਤਿਕ ਹੈ, ਭਾਵੇਂ ਕਿ ਹਮ ਭਗਵਾਨ को नहीं मानते। ਤੇ ਜ਼ਬਰਦਸਤੀ ਮਨਵਾਉਣ ਦੀ ਲੋੜ ਨਹੀਂ ਹੈ। ਸਾਰੀ ਦੁਨੀਆ 'ਚ ਹੀ ਚੱਕਰ ਚੱਲ ਰਿਹਾ। ਕੁਝ ਲੋਕੀ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਨੇ, ਮੰਨਣ ਵਾਲੇ ਉਹਨਾਂ ਨੂੰ ਮਨਵਾਉਣ 'ਚ ਲੱਗੇ ਰਹਿੰਦੇ ਨੇ। ਸਿੱਕੇ ਦੇ ਦੋ ਪਹਿਲੂ, ਇੱਕੋ ਹੀ ਸਿੱਕਾ। ਇੱਕ ਮੰਨ ਰਹੇ ਨੇ, ਇੱਕ ਨਹੀਂ ਮੰਨ ਰਹੇ ਨੇ। ਮੰਨਣ ਵਾਲੇ ਮਨਵਾ ਰਹੇ ਨੇ, ਨਾ ਮੰਨਣ ਵਾਲੇ ਨਹੀਂ ਮਨਵਾ ਰਹੇ ਨੇ। ਆਪਸ ਵਿੱਚ ਹੀ ਲੱਗੇ ਹੋਏ ਨੇ। ਪਰ ਮਨ ਦਾ ਚੈਨ ਹਰ ਕਿਸੇ ਨੂੰ ਚਾਹੀਦਾ ਹੈ। ਮਨ ਦੇ ਚੈਨ ਦੇ ਸਾਰੇ ਸੁੱਖ ਦਾਤਾ, ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਉਸ ਦੀ ਗੱਲ ਚੱਲ ਰਹੀ ਹੈ। ਕੱਲ ਅਸੀਂ ਸਮਝਿਆ ਸੀ ਉਹਦੇ ਬਾਰੇ ਕਿ ਮੇਨ ਟੌਪਿਕ ਮੈਲੇ ਨੂਏ ਦਾ ਹੈ, ਹਉਮੈ, ਹੰਕਾਰ। ਤਾਂ ਹੀ ਅੱਜ ਵੀ ਸਾਡੇ ਸਾਰੇ ਸ਼ਬਦ ਦਾ ਬੇਸ ਹੈ ਮਦ ਮਾਇਆ ਕੈ ਅੰਧ। ਮਦ ਕੀ? ਹੰਕਾਰ। ਮਦ ਵਿੱਚ, ਨਸ਼ੇ ਵਿੱਚ, ਹੰਕਾਰ ਦੇ, ਮਾਇਆ ਦੇ ਅੰਨਾ ਹੋ ਜਾਣ। ਤੇ ਕੱਲ ਨੂੰ ਅਸੀਂ ਰੀਕੈਪ ਕਰਨ ਵਾਸਤੇ ਆਖਰੀ 3 ਸ਼ਲੋਕ ਲੈ ਲਈਏ। ਉਹ ਇਹ ਕਿ ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਉਸ ਦਾ ਜੀਵਨ ਦਾ ਕੰਮ ਸਫਲ ਹੋ ਜਾਂਦਾ ਹੈ, ਉਸका ਕਾਰਜ ਰਾਸ ਹੋ ਜਾਤਾ ਹੈ। ਉਹ ਕਾਰਜ ਕਿਹੜਾ ਹੈ? ਮੈਨੂੰ ਯਾਦ ਹੈ ਜਦੋਂ ਅਸੀਂ ਬਚਪਨ ਵਿੱਚ ਲਾਈਕ 1970-71 ਵਿੱਚ ਜਦੋਂ ਅਸੀਂ ਕੀਰਤਨ ਕਰਦੇ ਸਾਂ ਤੇ ਲੋਕੀ ਸਾਨੂੰ ਆਪਣੇ ਘਰਾਂ ਵਿੱਚ ਬੁਲਾਉਂਦੇ ਸਨ, ਮਕਾਨ ਬਣਾਉਣਾ ਹੈ, ਮਕਾਨ ਦੀ ਝੱਟ, ਜਾਂ
बेटा या बेटी का विआह है तो असी पढ़ते सा, कहो बेनती अपने सतगुरु पाए, काज तुम्हारे दे निभाए, भी तुहाडा विआह ठीक तरह हो जाए, चंगा सीमेंट मिल जाए, मकान हो जाए, एनी काइंड ऑफ ਉਹਦੇ ਨਾਲ ਅਸੀਂ जोड़ के कहते ਸੀ काज तुम्हारे दे निभाए। हुण समझ आ रही है ये काज केड़ा है। सो उस काज नूं समझण वास्ते सानू समझना पेगा कि काज बाहरला नहीं है। कहो नानक सुन रहे मना, कहो नानक सुन रहे मना, कहो नानक सुन रहे मना, बार बार 57 श्लोकां विच गुरु साहब स्ट्रैस करी जा रहे हैं, तो मन का काज है, बाहरले दुनियावी काज नहीं हैं। मन दे काज नूं जेकर सवार लिया किसी भी इंसान ने, हिंदू मुसलमान सिख ईसाई जैनी बोधी एथिस्ट नास्तिक कम्युनिस्ट गोरा काला आदमी जनानी गे लैसबीयन खुसरा मुंडा कुड़ी एनी बॉडी एल्स, ये सारे मैं एक बार लिस्ट गिण दी है ताकि धरती का कोई भी मनुख अपने आप नूं ये ना समझे कि वह अचीव नहीं कर सकता। एनी बॉडी कैन अचीव, मन का कारज कोई भी राज कर सकता है, सब वास्ते पॉसिबिलिटी है। उस कारज रास वास्ते सानू मन के कारज रास वास्ते अज असी थोड़ा जिहा समझांगे। भै नासन दुरमत हरन ते भाव निध पार कल असी समझिया सी। भाव निध, निध हुंदा खजाना, भाव मीनस डर दे खजाने तो पार हो जाइए, डर दे खजाने दे समुंदर तो पार हो जाइए, जिसनूं कहंदे ने भव जल, डर दा जल, डर दा समुंदर, भाव निध डर दा खजाना समुंदर, उस तो पार किवें होइए। जे पार नहीं होंदे तो यदा मतलब दुबदा च फसे हुए हैं, और दुबदा च फसे डुबते रहते हैं। भवजल बिन शब्द है क्यों तरीए, नाम बिना जग रोग व्याप्या, डुबदा डुब डुब मरीए, असी इस भवजल ही डुबते रहते हैं। केड़ा भवजल, भवजल डज नॉट मीन ओशन, भवजल मीनस डर दा ओशन, डर दा पानी जिदे च डुब जाने। उस तो बचण वास्ते पौनी दुतरे पार वास्ते कल असी समझिया सी इको ही तरीका है कि अपना भ्रम दूर कर लै। जे भ्रम दूर नहीं करेगा तेनू हंकार भी सताएगा, मन मैला हो जाएगा, माया भी तेनू चमड़ जाएगी। हुण तू जे सच नाल जुड़ जाए, भै नासन दुरमत हर, तेरी भैड़ी मत जा सकती है जिहदे नाल भै दूर हो जाता है, नस जाता है। कल मैं हर को नाम, कल मतलब आम दुनियावी लैंग्वेज यूज़ की हुई भी जिहड़े लोकी समझते हैं कल युग है, कल युग है। गुरु साहब कदी सी पूरे टॉपिक में लवांगे। मन की अवस्था नूं चंगी होवे तो सतयुग कहते हैं, माड़ी होवे तो कल युग कहते हैं। तो जे कल युग ही तेरी मन की अवस्था है ना, तो इसकी निशानी पता की है? आसा की वार, कल युग रथ अगन का ते है कि कूड़ अगे रथवा, ते अगन की है? हंकार की अग्नि। अपने अहंकार जगत जलिया, हंकार की अग्नि च असीं जलदे सड़दे। हुण इस हंकार की अग्नि दे कारण सारियां गल्लां पैदा होंदियां, ये दूर हो जाता है। कल मैं हर को नाम का मतलब हो गया जदों तैनूं हंकार सताए तेरे जीवन उत्ते, तेरे अंतरात्मा उत्ते कल युग वापरे, तो हर को नाम मीनस सच का ज्ञान, विजडम तैनूं उहदे चों कढ सकती है। जिवें कंडा चुभ जाए ना, तो एक असी सूई लैके उस कंडे नूं कढ़दे हां, इस तरह सूई की होगी हर को नाम। हर को नाम की हो गया? ज्ञान, नॉलेज, विजडम, डिवाइन नॉलेज, जिसनूं असी डिवाइन इंटलैक्ट कहते हैं ना, उहदे नाल कंडा कढ़ लईदा है। पर जे बारों बारों लफ्ज़ी रटन करते रहिए, राम राम अल्लाह अल्लाह वाहिगुरू वाहिगुरू खुदा 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 खुदा, तां नहीं कंडा निकलेगा, वो बाहरली लफ्ज़ी रटन रह जाएगा। माड़ी गल नहीं लफ्ज़ी रटन, पहली बार भी मैं क्या सी, तुसीं वाहिगुरू वाहिगुरू कर दिओ चंगा है। असी सारे वाहिगुरू जी का खालसा वाच की फतेह वाहिगुरू बुलाने, तिना ध्यान धर के बोलो जी वाहिगुरू, अरदास च कहने। कोई राम राम कहता, कोई अल्लाह कहता, कोई खुदा कहता, माड़ी गल नहीं है। पर कंडा कढ़ना है, सतगुर की मत लैनी पेगी, विजडम लैनी पेगी। निस दिन जो नानक भजै सफल होए ते काम, उहदा काम सफल हो जाता है, उहदे जीवन का कार्य सफल हो जाता है। जेबा गुण गोबिंद भजो करन सुनो हर नाम। जेबा केड़ी है? जेबा इस जेबा दे नाल जिन्हां लोकां दी जेब नहीं होंदी, जिहड़े गूंगे होंदे ने, जिहड़े बोल नहीं सकते ने, जिन्हां नूं कोई बोली नहीं आती, जिन्हां नूं कोई लैंग्वेज नहीं आती, वो की करते हैं फिर? सतगुर की बाणी सत सत कर जानो, गुरसिखो हर करता आप मुँह कढ़ाए। और ये बाणी
ਜੋ ਜੀਓ ਜਾਣਾ ਤਿਸ ਅੰਤਰ ਰਵੈ ਨਾ ਹਰ ਨਾਮਾ। ਤੇ ਜੋ ਜੀਓ ਜਾਣੇ ਦਾ ਮਤਲਬ ਹੋ ਗਿਆ ਕਿ ਗੂੰਗਾ ਵੀ ਜੀਓ ਜਾਣ ਸਕਦਾ ਹੈ, ਜਿਹੜਾ ਇਸ ਜ਼ੁਬਾਨ, ਜਿਹਦੇ ਕੋਲ ਜ਼ੁਬਾਨ ਅਵੇਲੇਬਲ ਨਹੀਂ ਹੈ। ਅੰਤਰ ਆਤਮੇ ਦੀ ਕੋਈ ਜ਼ੁਬਾਨ ਦੀ ਗੱਲ ਚੱਲ ਰਹੀ ਹੈ। ਜਿਹੜਾ ਅਸੀਂ ਕੱਲ ਪੰਜ ਤੱਤ ਕੋ ਤਨ ਰਚਿਓ ਸਮਝਿਆ ਸੀ ਕਿ ਅੱਜ ਪੰਜਾਂ ਤੱਤਾਂ ਦਾ ਇੱਕ ਤਨ ਰਚਦੇ ਹਾਂ। ਇੱਕ ਪੰਜ ਤੱਤ ਹੁੰਦੇ ਨੇ ਅੱਗ, ਪਾਣੀ, ਹਵਾ, ਆਕਾਸ਼। ਇੱਕ ਪੰਜ ਤੱਤ ਹੁੰਦੇ ਨੇ ਕਾਮ, ਕ੍ਰੋਧ, ਲੋਭ, ਅਹੰਕਾਰ, ਜਿਨ੍ਹਾਂ ਤੋਂ ਅਸੀਂ ਸਤਾਏ ਹੋਏ ਹਾਂ, ਜਿਨ੍ਹਾਂ ਤੋਂ ਅਸੀਂ ਦੁੱਖ ਵਿੱਚ ਹਾਂ। ਤੇ ਇੱਕ ਪੰਜ ਤੱਤ ਹੁੰਦੇ ਨੇ ਜਾਨੋ ਚਤੁਰ ਸੁਜਾਨ ਸਮਝਣ ਵਾਸਤੇ, ਇੰਟੈਲੀਜੈਂਟ ਪਰਸਨ ਬਣਨ ਵਾਸਤੇ, ਕਾਮਯਾਬ ਜੀਵਨ, ਰੂਹਾਨੀਅਤ ਭਰਪੂਰ ਜੀਵਨ ਜੀਣ ਵਾਸਤੇ। ਜਾਨੋ ਚਤੁਰ ਸੁਜਾਨ ਵਾਲਾ ਪੰਜ ਤੱਤ ਕਿਹੜੇ ਨੇ? ਦਇਆ, ਧਰਮ, ਸ਼ੀਤਲਤਾ, ਸੰਤੋਖ, ਮਿਠਾਸ, ਪਿਆਰ, ਹਮਦਰਦੀ, ਈਰਖਾ ਨਹੀਂ, ਬਰਾਬਰਤਾ, ਸਹਿਜ। ਇਹ ਨੇ ਪੰਜ ਤੱਤ, ਨਾਟ 5। ਚੌਧਰੀ ਵੱਡੇ ਵੱਡੇ ਕੀਮਤੀ ਉਹ ਗੁਣ ਨੇ, ਇਨਗ੍ਰੇਡੀਐਂਟਸ ਨੇ, ਜਿਨ੍ਹਾਂ ਦੇ ਨਾਲ ਇੱਕ ਸਾਡਾ ਅੰਤਰ ਆਤਮੇ ਦਾ ਸਰੀਰ ਪੈਦਾ ਹੁੰਦਾ ਹੈ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਤਾਂ ਉਹਦੇ ਨਾਲ ਲੀਨ ਟਾਈਮ ਮਹਿਮਾਨ ਤੂੰ ਹੋ ਸਕਣਾ ਹੈ। ਉਸ ਰੱਬ ਜੀ ਦੇ ਨਾਲ ਇੱਕ ਮਿਕਤਾ ਅੰਦਰ ਦਾ ਇੱਕ ਸਾਨੂੰ ਤਨ ਪ੍ਰਾਪਤ ਕਰਨਾ ਪੈਂਦਾ। ਸਤਿਗੁਰ ਦੇ ਘਰ ਜਨਮ ਲੈਣਾ ਪੈਂਦਾ। ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਸਤਿਗੁਰ ਦਾ ਗਿਆਨ ਲਿਆ ਤਾਂ ਕੀ ਹੋਇਆ? ਤੇਰਾ ਇੱਕ ਅੰਦਰ ਦਾ ਜੇਬਾ ਤੈਨੂੰ ਮਿਲ ਗਈ, ਜਿਹੜੀ ਗੁਣ ਗੋਬਿੰਦ ਹਮੇਸ਼ਾ ਗਾਉਂਦੀ ਹੈ। ਮੀਨਸ ਰੱਬ ਨਾਲ ਇਕਮਿਕ ਰਹਿੰਦੀ ਹੈ, ਤੈਨੂੰ ਰੱਬੀ ਗੁਣ ਸਿਖਾਉਂਦੀ ਹੈ। ਅੰਦਰ ਦੀਆਂ ਅੱਖਾਂ ਮਿਲ ਜਾਂਦੀਆਂ ਨੇ, ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਹਾਂ, ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ। ਉਹ ਕੀ ਹੈ? ਅੱਖਾਂ ਨਹੀਂ ਨੇ ਫਿਰ ਵੀ ਦੇਖ ਸਕਦੇ ਹਾਂ। ਅੰਨੇ ਕੋਲ ਅੱਖਾਂ ਨਹੀਂ ਨੇ ਤਾਂ ਵੀ ਦੇ ਸਕਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੇ ਨਾ ਆਖੀਆਂ ਜਿਨ ਮੁਖ ਲੋਏ ਨਾ ਹੈ। ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਜਿਨ੍ਹਾਂ ਕੋਲ ਸੱਚ ਵੇਖਣ ਦੀ ਅੱਖ ਨਹੀਂ ਹੈ ਨਾ, ਉਹ ਅੰਨੇ ਹੁੰਦੇ ਨੇ। ਜਿਹੜੇ ਸੱਚ ਤੇ ਟੁਰਨਾ ਨਹੀਂ ਜਾਣਦੇ ਨੇ, ਉਹ ਲੰਗੜੇ ਤੇ ਪਿੰਗਲੇ ਹੁੰਦੇ ਨੇ। ਜਿਹੜੇ ਸੱਚ ਸੁਣਨਾ ਨਹੀਂ ਚਾਹੁੰਦੇ ਨੇ, ਮਾਇਆਧਾਰੀ ਅਤ ਅੰਨਾ ਬੋਲਾ। ਹੁਣ ਜਦੋਂ ਅੱਖੀ ਬਾਜੋ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਜੋ ਬੋਲਣਾ ਇਉਂ ਜੀਵਤ ਮਰਨਾ। ਜਦੋਂ ਇਹ ਵਾਲੀ ਗੱਲ ਸਮਝ ਆ ਜਾਂਦੀ ਹੈ ਤਾਂ ਇਸ ਗੱਲ ਬਾਰੇ ਕਹਿ ਰਹੇ ਨੇ ਜੇਬਾ ਗੁਣ ਗੋਬਿੰਦ ਭਜੋ। ਤਾਂ ਮੈਨੂੰ ਪੜ੍ਹ ਰਿਹਾ ਸੀ, ਕਰਨ ਸੁਨੋ ਹਰ ਨਾਮ ਕੋ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੇ ਧਾਮ। ਪਰੈ ਤੂੰ ਨਹੀਂ ਪਏਗਾ। ਜਮ ਕੀ ਹੈ? ਵਿਕਾਰ, ਹਉਮੈ ਤੈਨੂੰ ਨਹੀਂ ਸਤਾਏਗੀ। ਹਉਮੈ ਦੀ ਬਰਾਤ ਤੇਰੇ ਘਰ ਨਹੀਂ ਆਏਗੀ। ਪਰੈ ਨਾ ਜਮ ਕੇ ਧਾਮ। ਮਰਨ ਤੋਂ ਬਾਅਦ ਜਮ ਪਤਾ ਨਹੀਂ ਹੈ ਕਿ ਨਹੀਂ ਹੈ। ਜਿਹੜੇ ਕਹਿੰਦੇ ਨੇ ਹੈ ਉਹ ਜਾਣਨ, ਸਾਨੂੰ ਪਤਾ ਨਹੀਂ ਹੈ। ਮਰਾਂਗੇ ਜਮ ਮਿਲਣਗੇ ਦੇਖਿਆ ਜਾਏਗਾ। ਪਰ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ, ਅੱਜ ਵੀ ਕੋਈ ਜਮ ਹੈ। ਉਹਨਾਂ ਜਮਾਂ ਦੇ ਧਾਮ ਨਾ ਪੈ ਜਾਈਏ, ਇਹ ਸਮਝਾ ਰਹੇ ਨੇ ਕਿ ਤੂੰ ਮੇਰੇ ਮਨ ਸਮਝ ਲੈ। ਤਾਂ ਭਜੋ ਦੇ ਹਾਹੇ ਨੂੰ ਔਂਕੜ ਦੇਖ ਕੇ ਮੈਂ ਹੈਰਾਨ ਰਹਿ ਗਿਆ। ਬਸ ਸਟੰਟ, ਥੋੜਾ ਜਿਹਾ ਮੈਂ ਘਬਰਾ ਵੀ ਗਿਆ, ਕਿਉਂਕਿ ਜਦੋਂ ਹਾਹੇ ਨੂੰ ਔਂਕੜ ਲੱਗੀ ਹੋਵੇ ਤਾਂ ਆਰਡਰ ਵਿੱਚ ਹੁੰਦਾ ਹੈ, ਫਿਊਚਰ ਟੈਂਸ ਦੇ ਫਾਰਮ ਵਿੱਚ ਹੁੰਦਾ ਹੈ, ਹੁਕਮੀ ਭਵਿੱਖਤ ਵਿੱਚ ਹੁੰਦਾ ਹੈ। ਤੇ ਮੈਂ ਦੇਖ ਰਿਹਾ ਸੀ ਗੁਰੂ ਸਾਹਿਬ ਜੇਬਾ ਗੁਣ ਗੋਬਿੰਦ ਭਜੋ ਕਿਹਨੂੰ ਕਹਿ ਰਹੇ ਨੇ? ਲੋਕਾਂ ਨੂੰ। ਅਸੀਂ ਇਹ ਨਹੀਂ ਸਮਝਿਆ ਨਾ, ਇਸ ਕਰਕੇ ਅਸੀਂ ਧਾਰਮਿਕ ਪੜ੍ਹਾਈ ਲੋਕਾਂ ਨੂੰ ਕਰਾਉਂਦੇ ਹਾਂ, ਦੂਜਿਆਂ ਨੂੰ ਪੜ੍ਹਾਉਂਦੇ ਹਾਂ, ਦੂਜਿਆਂ ਨੂੰ ਸਮਝਾਉਂਦੇ ਹਾਂ, ਸੋਚਦੇ ਹਾਂ ਦੂਜੇ ਪੜ੍ਹ ਜਾਣ, ਦੂਜੇ ਧਾਰਮਿਕ ਹੋ ਜਾਣ, ਦੂਜੇ ਹੋ ਜਾਣ। ਦੂਜਿਆਂ ਨੂੰ ਚੈੱਕ ਕਰਦੇ ਹਾਂ, ਇਹ ਆਸਤਕ ਹੈ, ਨਾਸਤਕ ਹੈ, ਪਾਪੀ ਹੈ, ਪੁੰਨੀ ਹੈ, ਇਹ ਪਹੁੰਚਿਆ ਹੋਇਆ ਹੈ, ਇਹ ਫਲਾਣਾ ਹੈ, ਫਲਾਣਾ ਹੈ, ਫਲਾਣੇ ਨੂੰ ਫਤਵਾ ਦੇ ਦਿਓ, ਉਹਨੂੰ ਨਰਕਾਂ 'ਚ ਭੇਜ ਦਿਓ, ਇਹ ਹੋ ਜਾਏਗਾ, ਇਹਨੂੰ ਬਰਾਦਰੀ ਤੋਂ ਕੱਟ ਦਿਓ, ਦਿਸ ਲਾਈਕ ਦਿਸ। ਅਸੀਂ ਸਾਰਾ ਕੁਝ ਦੂਜਿਆਂ ਨੂੰ ਧਰਮ ਸਿਖਾਉਣਾ ਚਾਹੁੰਦੇ ਹਾਂ, ਪਰ ਇਹਦੇ 'ਚ ਕਹਿੰਦੇ ਪਏ ਨੇ ਕਹੋ ਨਾਨਕ ਸੁਣ ਰਹੇ ਮਨਾ, ਮਨ ਨੂੰ ਕਹਿ ਰਹੇ ਨੇ। Not ordering to third person, not even second person, not other than ourself। ਆਪਣੇ ਤੋਂ ਇਲਾਵਾ ਕਿਸੇ ਨੂੰ ਆਰਡਰ ਨਹੀਂ ਕਰ ਰਹੇ ਨੇ। ਕਹਿ ਰਹੇ ਨੇ ਤੂੰ ਜਮ ਦੇ ਧਾਮ ਨਹੀਂ ਪਏਗਾ, ਉਹ ਮੇਰੇ ਮਨ। ਮਰਨ ਤੋਂ ਬਾਅਦ ਜੇ ਕੋਈ ਹੁੰਦਾ ਤੇ ਮਰਨ ਤੋਂ ਬਾਅਦ ਤੇ ਮਨ ਜਾਂਦਾ ਹੀ ਨਹੀਂ। ਮਨ ਤਾਂ ਅੱਗੇ ਜਾਂਦਾ ਹੀ ਨਹੀਂ, ਮਨ ਇੱਥੇ ਹੀ ਰਹਿੰਦਾ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇੱਥੇ ਹੀ ਰਹਿ ਜਾਂਦਾ। ਪਰ ਇੱਕ ਮਨ ਹੋਰ ਵੀ ਹੈ ਜਿਹੜਾ ਅਸੀਂ ਪੰਜਾਂ ਤੱਤਾਂ ਦੇ ਨਾਲ ਤਿਆਰ ਕਰਦੇ ਹਾਂ। ਉਸ ਮਨ ਦੀ ਗੱਲ ਚੱਲ ਰਹੀ ਹੈ। ਜੇ ਨਾ ਤਿਆਰ ਕਰੀਏ, ਜਿਹੜਾ ਇਸ ਵੇਲੇ ਅੰਦਰ ਮਨ ਹੈ, ਇਹ ਜਮ ਦੇ ਧਾਮ ਪਿਆ ਰਹਿੰਦਾ ਹੈ। ਤੂੰ ਇਸ ਤੋਂ ਛੁੱਟ ਸਕਣਾ, ਬਚ ਜਾਏਗਾ।
जो प्राणी ममता तजय लोभ मोह अहंकार को नानक आपंतर है औरत लेत उधार। हुण गोबिंद भजन का मतलब समझ आ गया, आत्मक तौर पर रब्बी गुणा नाल एक मिकता की अवस्था, ताकि रब्बी गुणा वाला जीवन जी सकीए। गुण गोबिंद गायो नहीं वाला, गुण गोबिंद गाने आ जान, रब्बी गुणा वाला जीवन जी सकीए, जिसनों कहते ने गॉडली एक्ट, गॉडली डीड्स, भगवान जैसे कर्म, जैसा हर ही होए जैसे कर्म। जम के धाम जम मग जम की फास, जम का डंडा जम का डंड मूड में लागे, जम जेवरी, इन्हां सारियां तो आत्मा हुने ही मुक्त हो सकती है। खैर विकारां दे वस ना पईए, इस करके सोचना पेगा कि सब तो ज्यादा, जिस तरह असीं कल समझिया सी, गत करानी है तो गर्भ छोड़ना पेगा, हंकार छोड़ना पेगा। हंकार छुटदा नहीं, और इस अहंकार नूं छुड़ाउण वास्ते सारे 57 श्लोक ने, उन्हां दे नाल ही ममता मोह लोभ क्रोध सारे आंदे जांदे ने। वो सारिਆਂ ਨੂੰ ਅਸੀਂ काबू कर सकते हैं जे साडा अहंकार काबू हो जाए, जे ਅਸੀਂ ਉਸ ਨੂੰ ट्रांसफॉर्म कर सकीए। किवें होएगा? ਅਸੀਂ एक श्लोक पढ़दे सां, कबीर सब ते हम बुरे, हम तज भलो सब कोए। किताबां च ਉਹਦੇ अर्थ लिखे हुए ने, कबीर साहब कह रहे हैं सब तो मैं बुरा, सारिਆਂ तो मैं भैड़ा, हम तज मैनू छड़ के सारे चंगे ने, भलो सब कोई ने, जिन्हें ऐसा कर बूझिया मीत मारा सोए। असी ये सोचते रहे कि जो मैं भी रब जी का बनाया हाँ तो मैं क्यों बुरा, तो कबीर साहब कुछ होर कह रहे हैं। हुण जो कुछ होर कह रहे हैं वो लभना पेगा, तो असी अगले पिछले श्लोक पढ़े, जिस तरह बाणी की खोज करी दा, अगले पिछले श्लोक पढ़े तो हौमे हंकार दे बारे गल चल रही सी। एक और नाल जुड़वा श्लोक उसे लड़ी विच कबीर साहब कहते हैं, कबीर जां दिन हौम हुआ, हौं मैं हम, जां दिन हौम हुआ, फायदा क्या है? पाछे पिया आनंद, फिर मन स्वाद आ गया। फिर की फायदा होया? मोए मिलियो प्रभ अपना, मैनू रब जी मिल गए। I could achieve oneness, I could enjoy ecstasy, oneness with God. मोए मिलियो प्रभ अपना, तो फिर फायदा क्या? संगी भजै गोबिंद। हुण जिस मनुख नूं प्रभु जी मिल जान, जरूरी है ਉਹਦਾ सारा टब्बर नाल जपेगा, जरूरी है ਉਹਦਾ सारा नाल टब्बर टुरेगा। गुरु नानक पातशाह, गुरु अर्जन पातशाह दे नाल प्रीति चाहता है, वो सीधे पासे नहीं टुरदा। गुरु नानक पातशाह ने उन्हां दे पुत्तर नाल नहीं टुरदे ने। जरूरी नहीं है जिहड़ा मनुख पूरन गुरमुख रब नाल एक मी कह के उहदे टब्बर वाले टूरन या ना टूरन। इस करके कोई शर्त नहीं है कि कोई मनुख नूं तुसीं गुरमुखताई इस तरह चैक करोगे इहदे टब्बर वाले किवें ने, अपना नहीं पता। संगी भजै गोबिंद, फिर की होया? संगी साथी डज नॉट मीन संगी साथी दोस्त यार। संगी भजै गोबिंद का मतलब है ए मेरे इंद्रे ज्ञान इंद्रे, मेरे बॉडी पार्ट्स, ये भी मेरे नाल साथ देंदे ने, रब वाले पासे हो जाते। मोए मिलियो प्रभ अपना, संगी भजै गोबिंद, ये रब जी नाल किवें हो? पता लग्या हौं बारे गल चल रही है, तो फिर अर्थ बन गए कबीर सब ते हम जिहड़ी लाई हुई है ना, हम वाले ख्याल बुरे। मैं बाणी नूं चेंज नहीं कर रहा, बाणी ते इंज है, कबीर सब ते हम बुरे, पर अर्थ बने भी कबीर साहब कह रहे हैं सब तो हम वाले ख्याल बुरे, जिन ऐसा हम तज, जे हम वाले ख्याल तज देवें, छड़ देवें, ड्रॉप कर देवें, फायदा पता है क्या होएगा? भलो सब कोई नजर आएंगे, भलो सब कोई भी तू भी है, तू अपने आप भी प्यार करेगा। जो धरती ते इंसान अपने आप को प्यार नहीं करता, वो किसी को प्यार नहीं कर सकता। सो फर्स्ट ऑफ ऑल वी आर सपोज टू लव आवर सैल्फ। जो असी अपने आप को प्यार करांगे तो दूजिਆਂ ਨੂੰ प्यार करांगे। इसी कारण जो दो प्रेमी आपस में टुटते हैं, उन्हों की प्रीत झूठी होती है, क्योंकि उन्होंने कह रहे होंगे तुम कब बोलोगे आई लव यू, सुनना चाहते ने, तुमने मुझे कभी भी नहीं कहा आई लव यू। जिहड़ा प्रेमी होंदा है ना, उन्होंने किसी को कहना नहीं पैंदा, क्योंकि वो पहला अपने आप को प्यार करता है। जो अपने आप को प्यार करता है तो प्यार विच ओवरफ्लो कर दिंदा, इस करके वो टूवर्ड्स अदर्स भी प्यार होना शुरू हो जाता, बिकॉज ही लव हिमसेल्फ। वंस एनीबॉडी इज लविंग हिमसेल्फ,
ਤਾਂ ਉਹ ਆਪਣੇ ਸਾਰੇ ਅੰਗਾਂ ਨੂੰ ਸੰਗੀ ਭਜੈ ਗੋਬਿੰਦ ਨੂੰ ਵੀ ਪਿਆਰ ਕਰਦਾ, ਇਸ ਕਰਕੇ ਉਹਦੇ ਸਾਰੇ ਅੰਗ ਉਹਦੇ ਕਾਬੂ 'ਚ ਹੁੰਦੇ ਨੇ, ਭਾਵੇਂ ਇੰਦਰੀ ਹੋਵੇ, ਭਾਵੇਂ ਕਾਮ ਹੋਵੇ, ਭਾਵੇਂ ਕ੍ਰੋਧ ਹੋਵੇ, ਭਾਵੇਂ ਲੋਭ ਹੋਵੇ। ਜਿਸ ਮਨੁੱਖ ਦੇ ਆਪਣੇ ਅੰਗ ਹੀ ਆਪਣੇ ਕਾਬੂ 'ਚ ਨਹੀਂ ਨੇ, ਉਹ ਦੂਜਿਆਂ ਨੂੰ ਕੀ ਪਿਆਰ ਕਰੇਗਾ? ਉਹ ਤੇ ਨਿੱਕੀ ਜਿਹੀ ਗੱਲ ਤੇ ਛਿੱਥਾ ਪੈ ਜਾਏਗਾ, ਔਖਾ ਹੋ ਜਾਏਗਾ, ਫਰਸਟ੍ਰੇਟ ਹੋ ਜਾਏਗਾ, ਐਜੀਟੇਟ ਹੋ ਜਾਏਗਾ। ਜਿਹੜੇ ਲੋਕੀ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਨੇ, ਉਹ ਪਹਿਲਾਂ ਇਸ ਸਰੀਰ ਨੂੰ ਸਤਾਉਂਦੇ ਨੇ, ਕਦੇ ਇੱਕ ਟੰਗ ਤੇ ਖੜੇ ਹੋ ਜਾਂਦੇ ਨੇ, ਕਦੇ ਠੰਡ 'ਚ ਕੱਪੜੇ ਨਹੀਂ ਪਾਉਂਦੇ ਨੇ, ਕਦੇ ਗਰਮੀ ਵਿੱਚ ਨੰਗੇ ਬੈਠੇ ਨੇ, ਧੁੱਪੇ ਬੈਠੇ ਰਹਿੰਦੇ ਨੇ, ਕਦੀ ਨੰਗੇ ਪੈਰ ਟੁੱਟਦੇ ਨੇ, ਕਦੀ ਕੁਝ ਕਰਦੇ ਨੇ, ਕਦੀ ਕੁਝ ਕਰਦੇ ਨੇ, ਜਿਸ ਨੂੰ ਹੱਠ ਜੋਗ ਕਹਿੰਦੇ ਨੇ, ਕਦੇ ਇਸ ਨੂੰ ਭੁੱਖਾ ਰੱਖ ਰੱਖ ਕੇ ਸਤਾਉਂਦੇ ਨੇ, ਕਦੀ ਕੁਝ ਕਰਦੇ ਨੇ। ਦੈਟ ਮੀਨਸ ਦੇ ਡੋਂਟ ਲਵ ਦੈਮਸੈਲਫ। ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਉਹ ਮਨੁੱਖ ਦੂਜੇ ਨੂੰ ਜ਼ਰੂਰ ਸਤਾਏਗਾ, ਕਿਉਂਕਿ ਇਹ ਆਪਣੇ ਆਪ ਨੂੰ ਸਤਾ ਰਿਹਾ ਹੈ। ਹੁਣ ਸਮਝ ਆਈ ਕਿ ਇਹ ਸਾਰੀ ਖੇਡ ਆਪਣੀ ਹੈ। ਸੰਗੀ ਭਜੈ ਗੋਬਿੰਦ, ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਹੁਣ ਸੰਗੀ ਭਜੈ ਗੋਬਿੰਦ ਦੇ ਨਾਲ ਇੱਕ ਅੰਦਰ ਦਾ ਤਨ ਤਿਆਰ ਹੋ ਜਾਂਦਾ ਹੈ, ਜਿਹੜਾ ਇਹਨਾਂ ਬਾਹਰਲੇ ਇੰਦਰੀਆਂ ਗਿਆਨੇਂਦਰੀਆਂ ਨੂੰ ਵੀ ਕਾਬੂ ਰੱਖਦਾ ਹੈ। ਹੁਣ ਉਹ ਔਰਨ ਲੇਤ ਉਧਾਰ ਕੀ ਹੋ ਗਿਆ? ਉਹ ਆਪਣੇ ਬਾਕੀ ਦੇ ਅੰਗ ਵੀ ਉਧਾਰ ਕਰ ਲੈਂਦਾ ਇਹਨਾਂ ਦਾ। ਸੰਗੀ ਭਜੈ ਗੋਬਿੰਦ ਹੋ ਗਏ। ਹੀ ਇਜ਼ ਵਨ ਵਿਦ ਹਿਜ਼ ਬਾਡੀ, ਹਿਜ਼ ਆਤਮਾ, ਹਿਜ਼ ਅੰਤਰਾत्मा, ਹਿਜ਼ अक्ल, सूरत, मत, मन, बुद्ध नालों एक मिक है। जो सुपना और पेखना ऐसे जग को जान। ਤਾਂ ਹੁਣ ਸੁਪਨੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਸੁਪਨੇ ਦੇ ਵਿੱਚ ਤੂੰ ਜੋ ਦੇਖਿਆ ਹੈ ਉਹ ਤੇਰੇ ਆਪਣੇ ਖਿਆਲ ਸਨ, ਉਹ ਝੂਠੇ ਨੇ, ਤੇਰੇ ਆਪਣੇ ਖਿਆਲ ਝੂਠੇ ਨੇ, ਕਨਵੈਨਸ਼ਨਲ ਨੇ। ਮੈਂ ਅੱਜ ਸਵੇਰੇ ਪਾਰਕ 'ਚ ਸੈਰ ਕਰ ਰਿਹਾ ਸੀ, ਮੈਂ ਸੋਚਿਆ ਜੇ 11 ਦੇ 12 ਪਲੇਅਰ ਹੋ ਜਾਣ ਕ੍ਰਿਕਟ 'ਚ, ਸੋ ਵਾਟ? ਰੱਬ ਜੀ ਨੇ ਤਾਂ ਨਹੀਂ ਕਿਹਾ 11 ਹੋਣੇ ਚਾਹੀਦੇ। ਜੇ 6 ਦੀਆਂ 7 ਬਾਲਾਂ ਹੋ ਜਾਣ ਓਵਰ ਇਜ਼ ਨਥਿੰਗ ਰੋਂਗ। ਕਿਸੇ ਮਨੁੱਖ ਨੇ 6 ਬਾਲਾਂ ਬਣਾਈਆਂ ਨਾ, ਓਵਰ 6 ਬਾਲ का होगा। 7 ਕਰ ਲਓ ਤਾਂ ਕੀ ਹੋਇਆ, 11 ਦੇ 12 ਕਰ ਲਓ ਜਾਂ 12 ਦੇ 10 ਕਰ ਲਓ ਤਾਂ ਕੀ ਹੋਇਆ? ਇਹ ਮਨੁੱਖ ਨੇ ਬਣਾਇਆ ਹੋਇਆ ਕ੍ਰਿਕਟ, ਰੱਬ ਜੀ ਨੇ ਨਹੀਂ ਬਣਾਈ। ਇਹਦਾ ਮਤਲਬ ਇਹ ਹੋਇਆ ਕਿ ਇਸ ਸ੍ਰਿਸ਼ਟੀ ਤੇ ਜੋ ਕੁਝ ਅਸੀਂ ਬਣਾਉਂਦੇ ਹਾਂ ਉਹ ਸਾਡੇ ਖਿਆਲ ਨੇ, ਸਾਡੇ ਖਿਆਲ ਝੂਠੇ ਨੇ। ਰੱਬ ਜੀ ਦਾ ਬਣਾਇਆ ਹੋਇਆ ਕੁਝ ਵੀ ਝੂਠਾ ਨਹੀਂ ਹੈ। ਰੱਬ ਜੀ ਸਾਡੇ ਖਿਆਲ ਨਹੀਂ ਬਣਾਉਂਦੇ ਨੇ, ਅਸੀਂ ਬਣਾਉਂਦੇ ਹਾਂ। ਜਿਉ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨਮੇ ਕਛ ਸਾਚੋ ਨਹੀਂ। ਹੁਣ ਮੈਂ ਇੱਕ ਜਗ੍ਹਾ ਸੋਚ ਰਿਹਾ ਸੀ ਕਿ ਕਦੀ ਕਿਸੇ ਨੂੰ ਪੁੱਛੋ ਨਾ ਜੱਗ ਕਿੱਥੇ ਹੈ, ਉਹ ਕਹੇਗਾ ਬਾਹਰ ਹੈ। ਤੇ ਬਾਹਰ ਤੇ ਸਾਰੀ ਇਹ ਸ੍ਰਿਸ਼ਟੀ ਰੱਬ ਜੀ ਦੀ ਸਾਜੀ ਹੋਈ ਹੈ। ਇਹ ਜੱਗ, ਇਹ ਸੰਸਾਰ ਬਾਹਰਲਾ ਤਾਂ ਨਹੀਂ ਹੈ। ਫਿਰ ਉਹ ਕੋਈ ਪੁੱਛੋ ਅੰਦਰ, ਤਾਂ ਅੰਦਰ ਮੈਡੀਕਲ ਸਾਇੰਸ ਕੋਲੋਂ ਖੋਜ ਕੇ ਦੇਖ ਲਓ, ਅੰਦਰ ਹਾਰਡ, ਮਾਸ, ਨਾੜੀ ਕੋ ਪਿੰਜਰ ਹੈ, ਹੱਡੀਆਂ ਨੇ, ਮਾਸ ਹੈ, ਲਹੂ ਹੈ, ਮਿੱਝ ਹੈ। ਤੇ ਸੰਸਾਰ ਕਿੱਥੇ ਹੈ? ਪਤਾ ਲੱਗਾ ਸੰਸਾਰ ਇੱਥੇ ਹੈ, ਮੇਰੀ ਸੋਚਣੀ ਵਿੱਚ। ਨਾ ਬਾਹਰ ਹੈ ਨਾ ਅੰਦਰ ਹੈ, ਇਹ ਵਿਚਕਾਰ ਹੈ, ਮੇਰੀ सोचनी ਵਿੱਚ संसार है। इसको संसार बोलते हैं गुरबाणी में, इसको जग बोलते हैं। ऐसे जग को जान, ਇਹ ਜਿਹੜਾ ਤੂੰ ਆਪਣਾ ਇੱਕ ਸ਼ੇਖ ਚਿੱਲੀ ਵਾਲਾ ਖਿਆਲ ਬਣਾਇਆ ਹੋਇਆ, ਲਾਲਾ ਜੀ ਮੈਨੂੰ ਪੈਸੇ ਦੇਣਗੇ, ਜਦੋਂ ਸ਼ੇਖ ਚਿੱਲੀ ਨੇ ਆਪਣੇ ਸਿਰ ਤੇ ਮਾਲ ਚੁੱਕਿਆ ਹੋਇਆ ਸੀ, ਦੇਣਗੇ 10 ਰੁਪਏ ਦਾ, ਮੈਂ ਇਹ ਕਰਾਂਗਾ ਉਹ ਕਰਾਂਗਾ, ਫਿਰ ਮੁਰਗਾ ਲਿਆਵਾਂ, ਮੁਰਗੀਆਂ ਹੋਣਗੀਆਂ, ਉਹਦੇ ਨਾਲ ਇਹ ਹੋਏਗਾ, ਫਿਰ ਉਹਦੇ ਨਾਲ ਇਹ ਹੋਏਗਾ, ਫਿਰ ਝੁੱਗੀ ਹੋਏਗੀ, ਫਿਰ ਵਿਆਹ ਕਰਾਵਾਂਗਾ, ਫਿਰ ਹੋਏਗਾ, ਫਿਰ ਗਾਂ ਆ ਜਾਏਗੀ, ਫਿਰ ਬੱਚੇ ਹੋਣਗੇ, ਫਿਰ ਮਕਾਨ ਬਣ ਜਾਏਗਾ, ਸਾਰਾ ਪੈਲੇਸ ਬਣ ਜਾਏਗਾ। ਇਤਨੀ ਦੇਰੀ ਲਾਲਾ ਜੀ ਦਾ ਸ਼ੀਸ਼ੇ ਦਾ ਸਮਾਨ, ਕੇਲੇ ਦੇ ਛਿਲਕੇ ਤੇ ਪੈਰ ਪਿਆ ਦਾ ਢਿੱਲ ਲੱਗਿਆ, ਉਹ ਟੁੱਟ ਗਿਆ। ਤਾਂ ਲਾਲਾ ਜੀ ਕਹਿੰਦਾ ਤੂੰ ਮੇਰਾ ਸਮਾਨ ਤੋੜਤਾ, ਮੈਂ ਤੈਨੂੰ 10 ਰੁਪਏ ਦੇਣੇ ਨਹੀਂ। ਉਹ ਕਹਿੰਦਾ ਤੁਹਾਡਾ ਸਿਰਫ ਸਮਾਨ ਟੁੱਟਾ, ਮੇਰਾ ਸਾਰਾ ਪੂਰਾ ਅੰਪਾਇਰ ਗਿਆ। जो सुपना ऐसे जग को जान है, तेरा ख्याल, तेरे झूठे ख्याली पुलाव झूठे ने। रब जी की बनाई सृष्टि कुछ झूठा नहीं है, ना पत्नी झूठी है, ना पति झूठा है, ना बच्चे झूठे ने। रोज रोज कह जाते पति पत्नी झूठे ने, सब ये मोह माया लाई हुई है, तुसी सानू इन सुना जाते ने। कौन? जिन्हां दा विआह नहीं होया, जिन्हां कदे देखा नहीं कि शामी 7, 9, 11 बजे किस तरह माता पिता की जान सुक्की होंदी है कि धी राती घर नहीं आई, जिसनों ये पता ही नहीं है। हाउ ही कैन टॉक अबाउट दैट। गृहस्थी जीवन बारे इसी करके गुरमति गृहस्थी लाजमी की गई कि धर्म की पढ़ाई गृहस्थी करा सकता है। खैर, जग ना अंदर है ना बाहर है, मेरे ख्याल। प्रेजेंट तो बाहर भटकना सुफना है, प्रेजेंट तो दूर चले जाओ ना, यह सुफना है। जींदे जागदे असीं सुफने लैंदे रहंदे आ, जिहड़े इत्थे मौजूद ही नहीं आ। किसी गल करो, ओए जरा एक मिनट किधर चला गया ध्यान, इत्थे है कि नहीं है,
ਇਹਨੂੰ ਜੀਂਦੇ ਜਾਗਦਾ ਸੁਪਨਾ ਲੈਣਾ ਕਹਿੰਦੇ ਨੇ। ਐਬਸੈਂਟ ਫਰੋਮ ਹੀਅਰ, ਐਬਸੈਂਟ ਫਰੋਮ ਨਾਓ, ਪ੍ਰੈਜ਼ੈਂਟ ਤੋਂ ਐਬਸੈਂਟ ਹੋ ਜਾਣਾ ਸੁਪਨਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਸੱਚ ਸਮਝਣਾ ਚਾਹੁੰਦਾ ਤੇ ਸੱਚ ਸਮਝਣ ਵਾਸਤੇ ਤੇਰੇ ਕੋਲ ਇੱਕ ਸ਼ਰਤ ਹੈ ਕਿ ਜੇ ਤੂੰ ਵਿਚਕਾਰ ਰੱਬ ਜੀ ਨੂੰ ਲੈ ਆਵੇਂ, ਸਭ ਜਗ੍ਹਾ ਰੱਬ ਜੀ ਨੂੰ ਪ੍ਰੈਜ਼ੈਂਟ ਕਰ ਲਵੇਂ। ਰੱਬ ਜੀ ਨੂੰ ਤੂੰ ਦੂਰ ਕੀਤਾ ਹੋਇਆ, ਰੱਬ ਜੀ ਨੂੰ ਪ੍ਰੈਜ਼ੈਂਟ ਨਹੀਂ ਕਰਦਾ ਤਾਂ ਪਤਾ ਕੀ ਹੋ ਜਾਂਦਾ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ ਹੋ ਜਾਂਦਾ, ਸਭ ਕੁਝ ਕੂੜ ਕੂੜ ਹੋ ਜਾਂਦਾ, ਕਿਉਂਕਿ ਤੂੰ ਰੱਬ ਜੀ ਨੂੰ ਵਿਚਕਾਰ ਹਾਜ਼ਰ ਨਾਜ਼ਰ ਨਹੀਂ ਸਮਝ ਰਿਹਾ। ਪਰ ਜੇ ਰੱਬ ਜੀ ਨੂੰ ਵਿਚਕਾਰ ਨਾ ਸਮਝੇ ਨਾ ਤਾਂ ਪਤਾ ਕੀ ਹੋ ਜਾਂਦਾ? ਤੁਧਬਾਜ ਕੂੜੋ ਕੂੜ, ਤੇਰੇ ਬਿਨਾ ਸਭ ਕੁਝ ਕੂੜੋ ਕੂੜ ਹੋ ਜਾਂਦਾ ਹੈ। ਪਰ ਜੇ ਤੂੰ ਸੱਚ ਜਾਣਨਾ ਚਾਹੁੰਦਾ ਹੈ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ज्यों सुपना देखना ऐसे जग को जान, इनमें कच साचो नहीं, ये सच नहीं है। जो तू सुपना देखना है, धरती सच्ची है, धरती की हर एक चीज सच्ची है, कुछ भी झूठ नहीं है। रिनाउंसिंग नहीं करनी, कुछ भी त्याग करके नस के किधरे नहीं जाना। सिर्फ तेनू समझना है की है, एदी की कीमिया है। बस वंस यू अंडरस्टैंड यू विल बी ट्रांसफॉर्म। समझ आ जाती है क्रोध करा के ना करा, ਇਹਦੇ ਪਿੱਛੇ ਕੀ ਵਾਪਰੇਗਾ। क्रोध क्यों करदा हाँ, लोभ क्यों करदा हाँ, वो प्रपंच कर परधन लावे सुधारा प्या लुटावे क्यों करदा हाँ। किसी भी शराबिया नूं पुछो ना तू शराब क्यों पींदा है, तो पता की कहता है? दरअसल मैनू प्यार नहीं मिलिया, दरअसल मेरा घर जाण ते दिल नहीं करता, दरअसल मैनू फलानी फलानी तकलीफ है। इस करके वो शराब पी के एस्केप कर जाता है। सो जे उसनू पता लग जाए कि प्रॉब्लम इंज है और इसनू मैं मरदानगी दे नाल सॉल्व करना है, शराब नहीं पीएगा। उन्होंने गम चपड़े होंदे ने, शराब पी पी के होर गम चमड़ते जाते हैं, प्रॉब्लम उत्थे खड़ी रहती है। सो हुण गुरु साहब सानू समझा रहे हैं कि यह सारे तेरे झूठ ने और इन्हां बारे समझ। निस दिन माया कारने प्राणी डोलत नीत। कल भी किसी ने क्वेश्चन किया सी जी कमाण ना जाइए, सारे कहते माया च खचत रहंदे हो। हुण सारे मनुख काम वास्ते जाते हैं, ये अर्थ ये कर दिते जाते हैं लोग माया कमाण वास्ते डोलते रहते हैं सारा दिन, ते माया गुजराना है, माया कमानी पेगी, किरत विरत कर धर्म की हथों दे के भला मनाए करना पेगा। फिर इसका की मतलब निकलिया? निस दिन माया कारने प्राणी डोलत नीत। कल असी समझिया सी माया किसी चीज नूं नहीं कहते ने, कल असी समझिया सी ये माया जित हर विसरे किसी चीज विच भी, भावें कोई मनुख नोटां नूं हथ ना लगाए, सोने नूं हथ ना लगाए, कमाइयां ना करे, माया विच खचत नहीं है, लेकिन त्यागी है, बिल्कुल त्यागी, नंग तड़ंग, सादा मुरादा। उस दे एदे विच जे वो रब नूं भुल गया, उन्होंने अपनी ये सादगी दा, अपने आप इस त्याग दा हंकार चढ़ जाएगा, क्योंकि रब विसर गया। हुण ये माया हो गई, ये नंगपुणा माया हो गई, ये त्यागपुणा माया हो गई। किसी भी चीज दे विच रब भुल जाना माया है, भावें वो आइटम कोई भी है, अदरवाइज कोई भी आइटम माया नहीं है। इन माया जग मोया विरला बुझे कोई, जिहड़ा समझ लैंदा उहनूं मोहंदे नहीं है, ही इज नॉट आफ्टर दैट। पर कमाण ते जाना है, रोटी बच्चे पालने। सो प्राणी डोलत नीत दा की मतलब होया? मनुख जदों सच नूं नहीं समझदा ते इस दा दीन ईमान, इहदी नीयत जदों डोल जाती है ना, इस नूं कहंदे पे माया। असी कल समझ चुके हुए हैं, उस दे नाल तुसी टेप कर सुन के रिलेट कर लेना। जदों ममता तजै लोभ ओंकार ये सब्जैक्ट समझ आ गया, तुदबाज कूड़ो कूड़ वाला सारा सब्जैक्ट समझ आ जाएगा, तब पता लगेगा निस दिन माया कारने प्राणी डोलत नीत, कोटन में नानको नारन जाए चीत। जिस मनुख नूं अपनी ये गल समझ आ जाएगी, वो इंज नहीं है जिस तरह आम कथाकार कह देंगे ने जी करोड़ों में कोई एक बंदा रब का नाम जपदा है, बाणी विच आया विरले के जो जी जन नानक कोटन में को,
ਤਾਂ ਹੁਣ ਫਿਰ ਅਸੀਂ ਪਤਾ ਕੀ ਆਪਣੇ ਆਪ ਨਾਲ ਕਰ ਲੈਂਦੇ ਹਾਂ, ਮੈਂ ਉਹ ਕਰੋੜਾਂ 'ਚ ਇੱਕ ਹੈ ਨਹੀਂ, ਉਹ ਕੋਈ ਹੋਏਗਾ। ਆਮ ਕਹਿ ਦਿੰਦੇ ਨੇ ਜੀ ਉਹ ਕਰੋੜਾਂ ਵਿੱਚ ਕੋਈ ਇੱਕ ਬੰਦਾ ਹੋਏਗਾ, ਕਿਸੇ ਸ਼ਹਿਰ ਵਿੱਚ, ਕਿਸੇ ਪਿੰਡ ਵਿੱਚ, ਕਿਸੇ ਦੇਸ਼ ਵਿੱਚ, ਤਾਂ ਉਹ ਕੋਈ ਇੱਕ ਬੰਦਾ ਹੋਏਗਾ, ਕਬੀਰ ਸੀ, ਨਾਨਕ ਸਾਹਿਬ ਸੀ, ਉਹ ਕੋਈ ਹੋਰ ਹੋਏਗਾ, ਗੁਰੂ ਗੋਬਿੰਦ ਸਿੰਘ ਜੀ ਸਨ, ਗੁਰੂ ਅਰਜਨ ਪਾਤਸ਼ਾਹ ਸਨ, ਜਾਂ ਕੋਈ ਕਰੋੜਾਂ ਵਿੱਚ ਇੱਕ ਕਦ ਹੋਏਗਾ। ਅਸੀਂ ਉਹ ਹੈ ਨਹੀਂ। ਇਸ ਕਰਕੇ ਅਸੀਂ ਦੁਨੀਆ ਭਰ ਦੀ ਸਾਰੀ ਮਨਮਤ, ਸਾਰੇ ਕਰਮਕਾਂਡ, ਸਾਰੇ ਪਕੜ ਕਰਕੇ ਹਉਮੈ ਦੇ ਕੰਢੇ ਦੇ ਨਾਲ ਚੁੱਭਦੇ ਰਹਿੰਦੇ ਹਾਂ। ਦਰਅਸਲ ਇਹ ਕਹਿ ਰਹੇ ਨੇ, ਜੋ ਮਨੁੱਖ ਇਸ ਖੇਡ ਨੂੰ ਸਮਝ ਲੈ ਜਾਂਦਾ ਹੈ, ਉਹ ਕਰੋੜਾਂ ਵਿੱਚ ਇੱਕ ਬਣ ਜਾਂਦਾ ਹੈ, ਉਹ ਵਿਰਲਾ ਬਣ ਜਾਂਦਾ ਹੈ। ਜੇ ਕੋ ਮਨ ਜਾਣੇ, ਮਨ ਕੋਏ ਬਣ ਜਾਂਦਾ ਹੈ। ਮਨ ਕੋਏ ਮੀਨਸ ਉਹ ਐਕਸਕਲੂਸਿव पर्सनैलिटी बन जाता है। जो हर का प्यारा सो सबना का प्यारा वाला वो इंसान बन जाता है। अंतर गुरु आराधना जेवा जब गुरु नाओ, नेत्री सतगुर पेखना, श्रवणी सुनना गुरु नाओ, सतगुर सेती रत्या दरगह पाइया ठाओ, कोना ना कृपा करे जिसनू ए वत दे, वो की बन जाता है? जग में उत्तम। काडिया मीन्स वो नोन हो जाता है, चुनिया जाता है, टॉप क्लास हो जाता है बंदा जीवन करके, जग में उत्तम, वो एक्सक्लूसिव हो जाता है। जग में उत्तम, मैं इस दे नाल रिलेट कर रहा। उत्तम ते रूहानियत का जीवन है, पर रूहानियत का जीवन असी अपने चो नोटिस कर सकते हैं। कोई भी इंसान जो उसनू जीण लग पेगा, दुनिया उन्होंने मन्ने या ना मन्ने, लेकिन उसके अंतरात्मे चो वो फुल डुल डुल सच्चा जीवन पैंदा जाएगा। भावें दे मरण तो बाद वो एक्सैप्टेबल होवे, एक्नॉलेज होवे, ते भावें जींदे जी एक्नॉलेज होवे। पर गुरु साहब सानू समझाते हैं वो करोड़ों में एक बन जाता है। उसके वास्ते विरले कही के कहते हैं, जे को मन जाने मन को विरला एक्सक्लूसिव मनुख बन जाता है। हुण अगे कहते हैं, जैसे जल ते बुदबुदा उपजै बिन सैनीत। जैसे जल ते बुदबुदा, बुदबुदा की होंदा? बुलबुला। उपजै, बुलबुला पैदा होया, फिर बंद हो गया, खत्म हो गया। हुण तुसीं की कहोगे? एक बुलबुला पैदा होया भुपिंदर सिंह, हवा निकल गई, बुलबुला खत्म हो गया। तुसी कदी नहीं कहते बुलबुला मर गया। जदों बुलबुला इस तरह खत्म हो जाता है, गुरु साहब की एनालॉजी नूं देखो किस तरह गुरु साहब टुकांदे ने, जैसे जल ते बुदबुदा, जिवें पानी ते बुलबुले उठते ने, इस तरह सारे ने। भुपिंदर सिंह बुलबुला पैदा होया, हवा निकल गई, उनको इस बुलबुले चो कुछ निकल के ऊपर आसमान में चला गया, परलोक में जाएगा, भगवान जी के रास्ते में जाएगा, फिर नरक में जाएगा। लेकिन बुलबुले नू देख के असी अट्रैक्ट क्यों होने? तुसी कदी नोटिस करो, बच्चे नू तुसी ओ साबन वाला पानी लिया दो, वो इंज मारेगा, बुलबुले उठणगे गुब्बारे बन बन के, उन्होंने पकड़ेगा, अट्रैक्ट होएगा। कारण की है? उहदे विच सूरज की लाइट दे नाल जिहड़े सतरंग नज़र आ रहे होंदे ने, सतरंगी, इंद्रधनुषी रंग जो भी कहते हैं, वो सारे कलर्स तो अट्रैक्ट होंदा है। असी सारे इस कलर तो अट्रैक्ट होंदे हैं, जो कुछ भी है। लेकिन इस दे बारे जेकर असी सच नूं समझ लईए कि हाथ लाया तो फुट गया, क्या बिसासा इस भांडे का इतना लग गया ठनका, इस तरह बुलबुला है, तो सानू इस बुलबुले दे बारे समझ आ जाएगी। जैसे जलते बुदबुदा उपजा बिन सैनीत, जग रचना तैसे रची। हुण जग रचना केड़ी है? तू अपने जिहड़े ख्याल बनाए हुए ने, अपना जिहड़ा जग रचिया होया ना, ये इंज है, तू कोई ख्याल बनाना है, दूजा रद्द कर दिंदा। मैं सुन के हैरान रह गया, रशिया में सोने की कोई वैल्यू ही नहीं है। क्यों? लोग सोना पाते ही नहीं। पर अज जिहड़ियां बीबियां सोना खरीदियां सी, उन्हों का पति उन्होंने कहते ना, तेन सोने का हार लै देंगा, अच्छा 15 तोले का बनवा देंगा, लाची हार बनवा देंगा। लै रहन दो, अजकल सोने की कोई वैल्यू है? लोग डायमंड का हार पा के आंदियां दूजियां दी बीबियां, ऐसी बीबियां गल्लां करदियां ना, ਇਹਦਾ मतलब सोने की वैल्यू खत्म हो गई। तू कल तक वैल्यू दी समझ रहा सी, आज वैल्यू दी डाउन हो गई, क्योंकि आज डायमंड, परसों प्लैटिनम हो जाएगा, उससे चौथ कुछ और हो जाएगा। जो तू सोचना है उपजा बिन से नीत हो जाता है। तेरे मन की टेक नहीं होनी चाहिए। बस जे इन्हां चीज़ों के नाल तू इन्हां सोना हंडा, जय प्रसाद आप भूखण पै रीझ कर, नो प्रॉब्लम, पर तेरे मन का आधार नहीं है। हुण पॉइंट समझना पड़ेगा, मन का आधार। मन का आधार समझ लेना साडा जरूरी है, क्योंकि जे मन का आधार नहीं समझा, जग रचना समझ नहीं आएगी कि मैं रची किवें हुई है। टूक मात्र समझते हैं, नाम तेरा आधार मेरा। मेरा मीन्स
तेरा नाम खुंदकार आ, मेरी टेक है तेरा नाम मेरा आधार है। ਉਹਦਾ ਮਤਲਬ ਕੀ ਹੈ? ਤੇਰਾ ਗਿਆਨ ਮੇਰੇ ਮਨ ਦਾ ਆਧਾਰ ਹੈ। ਬਸ ਇਹ ਗੱਲ ਸਮਝਣੀ। ਫੋਰ ਐਗਜ਼ਾਮਪਲ, ਸਾਡਾ ਇਹ ਸਰੀਰ ਹੈ, ਸਾਡੇ ਇਸ ਸਰੀਰ ਕਰਕੇ ਸਾਡਾ ਇੱਕ ਮਨ ਪੈਦਾ ਹੋਇਆ। ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਦੋਂ ਕੁੱਤਾ ਪੈਦਾ ਹੋਏਗਾ ਤਾਂ ਕੁੱਤੇ ਦਾ ਮਨ ਪੈਦਾ ਹੋਏਗਾ ਉਹਦੇ ਵਿੱਚ। ਬਿੱਲੀ ਦਾ ਮਨ ਬਿੱਲੀ ਦੇ ਸਰੀਰ ਤੋਂ ਪੈਦਾ ਹੋਏਗਾ, ਸੱਪ ਦਾ ਮਨ ਸੱਪ ਦੇ, ਸ਼ੇਰ ਦਾ ਸ਼ੇਰ ਤੋਂ। ਇਸ ਤਰੀਕੇ ਦਾ ਹਰ ਮਨੁੱਖ ਦਾ ਆਪਣਾ ਇੱਕ ਮਨ ਪੈਦਾ ਹੁੰਦਾ ਉਹਦੇ ਸਰੀਰ ਦੀਆਂ ਲੋੜਾਂ ਮੁਤਾਬਕ। ਇਹ ਪਿੱਛੋਂ ਕਿੱਥੋਂ ਨਹੀਂ ਆਉਂਦਾ, ਇੱਥੇ ਹੀ ਪੈਦਾ ਹੁੰਦਾ ਹੈ ਔਰ ਇੱਥੇ ਹੀ ਮਰ ਜਾਂਦਾ। ਸਰੀਰ ਮਰ ਗਿਆ, ਇਹ ਮਨ ਵੀ ਮਰ ਜਾਂਦਾ। ਇਸ ਮਨ ਨੂੰ ਇੱਕ ਪਾਸੇ ਅਸੀਂ ਇਸ ਤਰ੍ਹਾਂ ਪਕੜ ਕੇ ਰੱਖਦੇ ਹਾਂ ਮਨ, ਤੇ ਬਾਕੀ ਰਹਿ ਗਿਆ ਸਾਡਾ ਸਰੀਰ। ਇਸ ਸਰੀਰ ਦਾ ਅਸੀਂ ਆਧਾਰ ਬਣਾਇਆ ਸੋਨਾ, ਜੇਵਰ, ਪੈਸਾ, ਪਰਸ, ਮਾਇਆ, ਕਾਰ, ਵੋਟੀ, ਬੱਚੇ। ਇਹ ਪਾਪ ਨਹੀਂ ਹੈ, ਇਹ ਸਰੀਰ ਦੇ ਨਾਲ ਸਾਰੀਆਂ ਚੀਜ਼ਾਂ ਲਿੰਕਡ ਨੇ, ਛੋੜਨੀਆਂ ਨਹੀਂ ਨੇ, ਪਰ ਇਹ ਬਣਾਇਆ। ਲੇਕਿਨ ਜਿੱਥੇ ਸਾਨੂੰ ਕਦੇ ਕੋਈ ਕ੍ਰੋਧ ਕਰੇ, ਸਾਡੀ ਕੋਈ ਛੇੜਖਾਨੀ ਕਰੇ, ਸਾਨੂੰ ਜਦੋਂ ਗੁੱਸਾ ਚੜ ਜਾਏ, ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ, ਕਿਉਂਕਿ ਗੁੱਸਾ ਚੜਿਆ ਮਨ ਨੂੰ, ਤੇ ਮਨ ਦਾ ਆਧਾਰ ਕੁਛ ਹੈ ਹੀ ਨਹੀਂ। ਇਹ ਇਹਨਾਂ ਦਾ ਆਧਾਰ ਹੈ ਨਾ, ਇਹ ਤੇ ਤਨ ਦਾ ਆਧਾਰ ਨੇ, ਮਨ ਦਾ ਆਧਾਰ। ਮੈਂ ਇੰਜੀਨੀਅਰਿੰਗ ਵਿੱਚ ਪੜ੍ਹਦਾ ਸੀ, ਜਦੋਂ ਤੁਸੀਂ ਫਾਊਂਡੇਸ਼ਨ ਬਣਾਉਣੀ ਹੋਵੇ, ਫਲੋਰ ਬਣਾਉਣਾ ਹੋਵੇ, ਥੱਲੇ ਦੇਖੋ ਸਾਰੀ ਸਫਾਈ ਹੋਣੀ ਚਾਹੀਦੀ ਹੈ, ਕੋਈ ਉਹਦੇ ਵਿੱਚ ਗੁੱਦੜ ਨਾ ਹੋਵੇ, ਕੋਈ ਕੱਪੜਾ ਨਾ ਹੋਵੇ, ਕੋਈ ਖਾਲੀ ਤੀਲੇ ਨਾ ਹੋਣ, ਕੋਈ ਲੱਕੜ ਨਾ ਹੋਵੇ। ਕਿਉਂ? ਕਿਉਂਕਿ ਉਹਨਾਂ ਦੇ ਕਾਰਨ ਫਲੋਰ ਬਾਅਦ ਵਿੱਚ ਤਿੜਕ ਜਾਂਦੇ ਨੇ, ਫਾਊਂਡੇਸ਼ਨ ਬਿਲਡਿੰਗਾਂ ਢਹਿ ਪੈਂਦੀਆਂ ਨੇ। ਤਾਂ ਮੇਰੇ ਮਨ ਦਾ ਆਧਾਰ ਕੀ ਹੈ? ਮੈਂ ਰੱਖਿਆ ਸੀ ਸੋਨਾ, ਚਾਂਦੀ, ਜੇਵਰ, ਇਹ ਸਾਰਿਆਂ ਦੇ ਨਾਲ ਮੇਰੇ ਮਨ ਦੀ ਐਮਪਾਇਰ ਢਹਿ ਪੈਂਦੀ ਹੈ। ਮਨ ਨੂੰ ਸਿਰਫ ਆਧਾਰ ਦਿੱਤਾ ਜਾ ਸਕਦਾ ਹੈ ਰੱਬ ਜੀ ਦਾ, ਰੱਬ ਜੀ ਦੇ ਗਿਆਨ ਦਾ, ਰੱਬ ਜੀ ਦੀ ਵਿਜ਼ਡਮ ਦਾ। ਹੁਣ ਜਦੋਂ ਵਿਜ਼ਡਮ ਦਾ ਦੇ ਦਿੱਤਾ, ਵਿਜ਼ਡਮ ਦੇ ਵਿੱਚ 5 ਤੱਤ ਰਚੇ ਹੋਏ ਨੇ। ਵਿਜ਼ਡਮ ਵਿੱਚ ਕਾਮ, ਕ੍ਰੋਧ, ਲੋਭ, ਅਹੰਕਾਰ ਨੂੰ ਕਾਬੂ ਕਰਨ ਦਾ ਸਾਰਾ ਢੰਗ ਸਮਝਾਇਆ ਹੋਇਆ। ਕੋਈ ਸਤਾਏਗਾ, ਮਨ ਛਿੱਥਾ ਨਹੀਂ ਪਏਗਾ, ਬੰਦਾ ਬਾਹਰੋਂ ਕ੍ਰੋਧੀ ਨਹੀਂ ਹੋਏਗਾ। ਕੋਈ ਪਰਾਇਆ ਰੂਪ ਦੇਖ ਕੇ ਮਨ ਅਟਰੈਕਟ ਨਹੀਂ ਹੋਏਗਾ, ਬਾਹਰੋਂ ਮਨ ਰੇਪ ਨਹੀਂ ਕਰੇਗਾ। ਅੱਜ ਸਾਰੀ ਦੁਨੀਆ ਵਿੱਚ ਇਹ ਬਲਾਤਕਾਰ ਤੋਂ ਦੁਨੀਆ ਦੁਖੀ ਹੈ ਨਾ, ਉਸਦਾ ਮਨ ਦਾ ਆਧਾਰ ਨਹੀਂ ਹੈ ਕੋਈ ਵੀ। ਮਨ, ਨਾਮ ਤੇਰਾ ਆਧਾਰ ਮੇਰਾ ਕੀ ਹੋ ਗਿਆ? ਤੇਰੀ ਵਿਜ਼ਡਮ, ਤੇਰਾ ਗਿਆਨ। ਜੇਕਰ ਉਹ ਸਮਝ ਆ ਜਾਏ ਸਾਨੂੰ, ਤਾਂ ਬਾਹਰਲਾ ਸਾਰਾ ਛੋੜਨਾ ਨਹੀਂ ਪੈਂਦਾ, ਛੁੱਟ ਜਾਂਦਾ ਉਸਦੀ ਪਕੜ। ਤੁਸੀਂ ਸਾਰੇ ਮਾਇਆ 'ਚ ਖੱਚਤ ਹੋ, ਸਾਨੂੰ ਇੰਝ ਕਹਿ ਜਾਂਦੇ ਨੇ। ਅਸੀਂ ਮਾਇਆ 'ਚ ਕੋਈ ਖੱਚਤ ਨਹੀਂ ਹੈ, ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਵੇਂ ਖੱਚਤ ਆ। ਪਤਾ ਲੱਗਾ ਮਨ ਦਾ ਆਧਾਰ ਨਹੀਂ ਹੈ। ਇਹ ਬਾਹਰਲਾ ਸਭ ਕੁਝ ਯੂਜ਼ ਕਰ, ਜੇ ਮਨ ਦਾ ਆਧਾਰ ਵਿਜ਼ਡਮ, ਸਤਿਗੁਰ ਦੀ ਮੱਤ ਬਣਾ ਲਿਆ, ਤਾਂ ਮਨ ਡਿੱਗੇਗਾ ਨਹੀਂ, ਮਨ ਡੋਲੇਗਾ ਨਹੀਂ, ਮਨ ਖੜਾ ਰਹੇਗਾ। ਹੁਣ ਕੋਈ ਮਨੁੱਖ ਕਹੇ ਕੀ ਕਰਾਂ, ਬੱਚੇ ਪੜ੍ਹਾਉਣੇ ਨਾ, ਦੇਖੋ ਨਾ ਮੰਮੀ ਟਾਈਮ ਨਹੀਂ ਹੈ, ਕਿਆ ਕਰੇ। ਸਵੇਰੇ ਬੱਚੇ ਨੂੰ ਸਰਦਾਰ ਜੀ ਨੂੰ ਟੋਰੀਦਾ, ਫਿਰ ਬੱਚਿਆਂ ਨੂੰ ਟੋਰੀਦਾ, ਫਿਰ ਬੱਚੇ ਆ ਜਾਂਦੇ ਨੇ, ਫਿਰ ਕੰਮ ਕਰਨਾ ਹੁੰਦਾ, ਫਿਰ ਮਾਈ ਆ ਜਾਂਦੀ ਹੈ, ਫਿਰ ਸਫਾਈਆਂ ਹੁੰਦੀਆਂ, ਸਾਰਾ ਦਿਨ ਇਹ ਕੰਮ ਕਰਦੇ ਨੇ। ਮਨ ਦਾ ਆਧਾਰ ਨਹੀਂ ਹੈ। ਹੁਣ ਜਦੋਂ ਬੱਚੇ ਵੱਡੇ ਹੋ ਕੇ ਆਪਣੇ ਆਪਣੇ ਕਾਲਜ, ਯੂਨੀਵਰਸਿਟੀ ਚਲੇ ਗਏ, ਵਿਆਹ ਕਰਾ ਲਿਆ, ਆਪਣੇ ਬॉयਫ੍ਰੈਂਡ ਗਰਲਫ੍ਰੈਂਡ ਨਾਲ ਫਿਰਦੇ ਪਏ ਨੇ, ਆਪਣੇ ਆਪਣੇ ਬੈਡਰੂਮ ਵਿੱਚ ਰਹਿੰਦੇ ਨੇ ਪੁੱਤਰ ਨੂੰਹਾਂ, ਉਸ ਵੇਲੇ ਮਨ ਦਾ ਆਧਾਰ ਕੋਈ ਨਹੀਂ ਹੈ, ਮਨ ਨੂੰ ਖੋਹ ਪੈਂਦੀ ਪਈ ਹੈ। ਤਾਂ ਕਰਕੇ ਦੁਨੀਆ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ। ਲੱਖਾਂ ਕਰੋੜਾਂ ਰੁਪਏ ਕਮਾਉਣ ਵਾਲੇ, ਜਿਤਨੀਆਂ ਅਸੀਂ ਕਾਉਂਸਲਿੰਗਸ ਕਰਦੇ ਹਾਂ, ਰੀਸੈਂਟਲੀ ਨਿਊਯਾਰਕ ਉਹ ਕੁੜੀ ਮੈਨੂੰ ਕਹਿੰਦੀ ਹੈ, ਮੈਂ ਰਿਚ ਫੈਮਿਲੀ ਤੋਂ ਹਾਂ, ਮੈਂ ਇੱਥੇ ਪ੍ਰੋਫੈਸ਼ਨਲ ਹਾਂ, 13 ਸਾਲਾਂ ਤੋਂ ਰਹਿੰਦੀ ਹਾਂ, ਅਮਰੀਕਨ ਸਿਟੀਜ਼ਨਸ਼ਿਪ ਵੀ ਹੈ, 2 ਪੁੱਤਰ ਨੇ, ਪਤੀ ਵੀ ਬਹੁਤ ਕਮਾਉਂਦਾ ਹੈ, ਪਰ ਮੈਂ ਡਿਪਰੈਸ਼ਨ ਵਿੱਚ ਹਾਂ, ਬੜੀ ਦੁਖੀ ਰਹਿੰਦੀ ਹਾਂ। ਮਨ ਦਾ ਆਧਾਰ ਕੁਛ ਹੈ ਹੀ ਨਹੀਂ ਸੀ, ਖਾਲੀ ਸੀ। ਮਨ ਦਾ ਆਧਾਰ ਜੇਕਰ ਅਸੀਂ ਸਤਿਗੁਰ ਦੀ ਮੱਤ ਬਣਾ ਲਈਏ, ਤਾਂ ਇਹ ਬਾਹਰਲੀਆਂ ਚੀਜ਼ਾਂ ਵਿੱਚ ਖੱਚਤ ਨਹੀਂ ਹੁੰਦੇ ਆ। ਇਹਨਾਂ ਨੂੰ ਯੂਜ਼ ਕਰਦੇ ਕਰਦੇ ਵੀ ਇਹਨਾਂ ਤੋਂ ਨਿਰਲੇਪ ਰਹਿੰਦੇ ਆ, ਕਿਉਂਕਿ ਮਨ ਦਾ ਆਧਾਰ ਹੈ। ਸੋ ਨਾਓ ਇਹ 2 ਚੀਜ਼ਾਂ ਨੇ, ਸਰੀਰ ਅਤੇ ਮਨ। ਇਸ ਮਨ ਨੂੰ ਅਸੀਂ 5 ਤੱਤ ਦਾ ਨਵਾਂ ਜਨਮ ਦੇ ਦੇਣਾ, ਉਹ ਸਤਿਗੁਰ ਦੀ ਮੱਤ ਹੈ। ਹੁਣ ਸਮਝ ਆ ਗਿਆ। ਨਿਜ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਤੋਂ ਬਾਅਦ ਜੈਸੇ ਜਲ ਤੇ ਬੁੱਧ ਉਪਜੈ ਬਿਨਸੇ ਨੀਤ ਜਗ ਰਚਨਾ ਤੈਸੇ ਰਚੀ। ਐਵੇਂ ਜਿਹੜੀ ਜਗ ਰਚਨਾ ਬਾਹਰਲੀ ਰਚੀ ਹੋਈ ਹੈ ਨਾ, ਪਤੀ, ਪਤਨੀ, ਵੋਟੀ, ਬੱਚੇ, ਇਹਨਾਂ ਵਿੱਚ ਮੈਂ ਹਰ ਵੇਲੇ ਇਨਵੋਲਵ ਰਹਿ ਕੇ ਮਨ ਦਾ ਆਧਾਰ ਨਹੀਂ ਬਣਾਇਆ, ਟਾਈਮ ਜ਼ਾਇਆ ਕਰ ਦਿੱਤਾ। ਮਨ ਦਾ ਆਧਾਰ ਬਣਾ ਲੈਣਾ ਕਾਜ ਹੈ। ਅਵਰ ਕਾਜ ਤੇਰੇ ਕਿਤਨਾ ਕੰਮ। ਤੂੰ ਇਹ ਸਾਰੇ ਜਿਹੜੇ ਕੰਮ ਕਰਦਾ ਨਾ, ਤੇਰੇ ਮਨ ਨੂੰ ਕੰਮ ਨਹੀਂ ਆਣਗੇ, ਮਨ ਦਾ ਕਾਜ ਸਵਾਰ ਲੈ। ਉਹ ਕਹਿੰਦੇ ਅਵਰ ਕਾਜ ਤੇਰੇ ਕਿਤਨਾ ਕੰਮ, ਜਿਹੜੇ ਦੁਨੀਆ ਦੇ ਕੰਮ ਕਰ ਰਹੇ ਨੇ ਸਾਰੇ ਕੰਮ ਛੱਡ ਦਿਓ, ਸਿਰਫ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਮਾਲਾ ਫੇਰਦੇ ਰਹੋ। ਅਵਰ ਕਾਜ ਤੇਰੇ ਕਿਤਨਾ ਕੰਮ, ਇਨਸਾਨ ਸੰਗਤ ਭਜ ਕੇ ਕਰਨਾ, ਇਹ ਮੀਨਿੰਗ ਬਣਾ ਲੈਂਦੇ ਨੇ। ਪਰ ਮਨ ਦਾ ਕਾਜ ਹੈ, ਮਨ ਦਾ ਕਾਜ ਸਵਾਰ। ਕਾਰਜ ਸਗਲ ਅਰੰਭਿਓ ਕਰ ਕਾ।
कई लोग मकान बनाते रहते हैं, सारी उम्र पैसा जोड़ जोड़ के मकान बना के फिर फर्नीचर सैट करते रहते हैं, फिर बड़ी थोड़े दिनों बाद एक दिन पैसे बचा बचा के फुलदान लैके आते हैं, फिर पैसे बचा बचा के वधिया फ्रिज लैके आते हैं, फिर पैसे बचा बचा के सोहना फर्नीचर लगाते हैं। मकान का कारज चल रहा है, इस घर का कारज शुरू नहीं किया, मन का कारज शुरू कर लिया। बस अवर काज तेरे कितना काम समझ आ गया तो फिर इसका कारज शुरू कर दिता है। बाहरले काम करते रहेंगे, बाहरले काम करते रहेंगे, डिप्रैशन नहीं जाओगे, स्कीज़ोफ्रीनिया नहीं होवांगे, पागल नहीं होवांगे, सुसाइड कभी नहीं करांगे, आत्मक तौर पर कामयाबी वाला जीवन जी सकांगे। पति पत्नी वोटी बच्चे काम काज बिजनेस नौकर चाकर कुड़माचारी सस सौरा तंग करन पे करन बाहरले शरीर नूं करनगे। मन का आधार सच है, इत्थे कोई प्रॉब्लम नहीं आएगी। मन ने भरम की टाटी ओढ़ी हुई है, इन्हां दी टाटी ओढ़ी हुई है, इस करके इसनूं ये सारियां माया चमड़ी हुई है। इसनूं माया कहते हैं, भरम की टाटी असीं कल समझिया सी। जैसे जलते बुदबुदा ये सारी सानू जग रचना समझ आ गई। हुण मन के आधार तो बाद नैक्सट श्लोक आया, प्राणी कछु न चेते मद माया के अंत। मद हंकार, ये जिहड़ी बाहरली माया इहदा हंकार करदा फिरना, अन्ना हो जाना, तैनूं पता नहीं तेरे मन का यह आधार नहीं है, इसका हंकार ना कर। किसी ने ना टॉमी हिलफिगर की जैकेट पाई हुई सी, नाइकी की स्वेटर पाई हुई सी, इत्थे मॉन्ट ब्लांक का फर्स्ट क्लास पेन लगाया हुआ सी, कोई होर टॉप क्लास कंपनी की टाई बन्नी हुई सी, कोई होर ब्रांड नेम की पेंट पाई हुई सी, किसी होर ब्रांड वधिया ब्रांड के बूट पाए हुए सन। ब्रांड फ्रीक। वो बंदे नूं किसी ने कहा तू की करना है? कहंदा मैं पढ़ना। किहड़ी क्लास? 11वीं क्लास। अच्छा गल सुन, उरे आ, ए जैकेट जरा ला के मैनू दे दे। उन्हें देती। ए स्वेटर भी ला दे, अच्छा ए पेंट भी ला दे, अच्छा ए बूट भी ला दे। आस्ता आस्ता करके ना सारा कुछ उन्हें ना वो सारे A to Z सारा कुछ उतरवा लिया। कहता नाउ यू टेल मी व्हाट यू आर, तुम कौन हो, कहाँ से आए? ये जो तुम्हारे थे ये तो तुम्हारे बाप के पैसे के हैं, तुम क्या हो? ये मैं एक अमेरिका दे एक नौजवान की गल पढ़ रहा था कि उस ट्रांसफॉर्म हो किवें होया। वो कहता मैंने समझ आ गई, ओ माय गॉड, मैं ना सारिया चीज़ां कार साड़ी देखी है, मर्सिडीज, BMW, ये सारिया चीज़ां तो मैं मान करता सी, पर ये सारिया चीज़ां मैं नहीं हाँ, ये मेरिया नहीं हैं। उन्होंने ये गल समझ आ गई कि मेरे प्यो दियां ने। इदा करद्या करद्या वो बंदा ट्रांसफॉर्म हो गया कि मैं की हाँ, फिर मैं जो आना वो मेरे अंदर दा है, वो मैं, मेरा किरदार, मेरा कैरेक्टर, मेरे को गुण ही कोई नहीं ने। असीं अपने बच्चों को गुण ही नहीं देंदे। अज दुनिया ते तलाक क्यों हो रहे हैं? क्योंकि असीं अपने धियां पुत्रां नूं लखां करोड़ां रुपए विच रखदे हां और इन्हां दे विआह भी अमीर अमीर घरां विच करदे हां। उत्थे प्रॉपर्टी होनी चाहिए, मुंडा पैसे कमांदा होवे, उत्थे कुड़ी चंगा पैसा दाज लैके आवे, सब कुछ करदे हां, पर उन्हां कोल इत्थे मन दा आधार नहीं है ना। उन्हां दी लड़ाई होंदी है, छेती छेती इन्हां दे तलाक हो जांदे ने, छेती छेती पता लगदा उसदा एक्स्ट्रा मैरिटल रिलेशनशिप सी, उसकी तो कहीं पर और फ्रेंडशिप थी। सारे मैनूं कहंदे ने गुरुद्वारे एक्स्ट्रा मैरिटल रिलेशनशिप दी गल्लां ना करया कर, और असीं सारे इन्हां गल्लां तो दुखी हां। क्यों? क्योंकि असीं समझ ही नहीं रहे कि मन का आधार नहीं बनाया। मन का ना आधार ना बनने कारण साडे नौजवान मुंडे कुड़ियां पैसे के हंकार विच शराब पींदे ने, मद माया के हंकार विच अन्ने होके फ्लोर डांस करते हैं राती 3-3 बजे तक, फिर पैसे के हंकार विच काम विच खचत हो जाते हैं, फिर पैसे के हंकार विच कहते हैं विआह कराने की लोड़ ही नहीं, जिहदे कोल जदों मर्जी रहो। अज ये नवा एक शोशा नौजवानों ने छेड़ दिता। पैसे के हंकार विच जदों मर्जी जिस मर्जी मुंडे कुड़ी नाल लड़ पैंदे ने, पति पत्नी नूं कहंदा, पत्नी पत्नी नूं कहंदी है लै फिर की होया, ए मेरे कोल है। इस करके जिहड़ा मायाधारी है अपने जवाइयां नूं पालदा ही रहिंदा है, जवाई नूं खुश रखदा है, हर वेले दे दे के खुश रखदा है, बते मेरी धी नूं खुश रखेगा। लेकिन धी सोच रही होंदी है तुमने इस चीज़ को हाथ कैसे लगाई है, तो मेरे पापा ने दी है। जदों पापा ने दी है कहती है, उन्होंने गुस्सा चढ़ता है, दोनों की डिसहारमनी हो जाती है। सानू पता ही नहीं कि असीं अपनी धी दा, अपने पुत्र दा, घर दा बेड़ा गर्क कर रहे हैं, क्योंकि ਉਹਦਾ मन का आधार नहीं बना रहे हैं। मन का आधार बना दिता, ਉਹਦੇ ਨਾਲ ਝੁੱਗੀ ਵਿੱਚ भी खुश रहेगी, दोनों ਵਿੱਚ प्यार रहेगा। हुण वो सिल्वर स्पून सोने की चम्मच खाती है पर कैद में रहती है। एक खेड समझ आ जाती है। प्राणी कछु न चेते मद माया के अंत। जिहड़ी चीज़ सानू अन्ना कर देंदी है उन्होंने माया कहते हैं। वो कुछ भी हो, इग्नोरेंस भी माया है।
जे असी सच नहीं लेना चाहते, यह भी अपने आप ही माया, क्योंकि ਉਹਦੇ बगैर अज्ञानता बस असी अन्ने हो जाने हैं। कबीर जहां ज्ञान ता धर्म है, तू सच ता ही जी सकेगा जे तेरे को सच दी विजडम दी नॉलेज है। जिसके सिर ऊपर तू स्वामी सो दुख कैसा पावे, बोल ना जाने माया मद माता। जिसनों सतगुर समझ आ जाता ना रब जी दिन में, उन्होंने माया विच मत्ते हुए बोल नहीं आउंदे ने, मरना चीत ना आवे, उसनों मौत दा भौ नहीं रहिंदा। असी माया दे हंकार च अन्ने नहीं होना है, विकारां दी फाई नहीं पएगी। परत ताए जम फंद नहीं होएगा। परत ताए जम फंद दा मतलब यह समझ लिए, परत परत के बार बार जमा दे फंदे विच तू फसदा है मेरे मन। समझ, एक तो मरण तो बाद जम होणगे ना, हुणे तू जमा दे वस फसिया होया है। गले हमारे जीव जै खिंचे तै जाऊं, वड्डा हुआ दुनीदार गल संगल घट चलाया। जो जो वड्डे बने फिरदे आ, अमीर माया हंकार बने फिरदे आ, दिखावा करदे फिरदे आ, बस ये जम्मा दी फाई सानू पै जांदी है। नानक अवगुण जेतड़े तेते गली जंजीर, जे गुण होए तां कट्टे जा सकते हैं फंदे, जमा दे फंदे अज हुणे इसी वेले कट्टे जा सकते हैं। और इन्हों कट्टण बारे गुरु साहब सारा मैलानोवा दे रचना रच रहे हैं कि तेनू हौमे हंकार दे फंदे पे होए ने, इन्हां तो तू बच जा, ये तेरी जीउंदिया मुक्ति है। अगले श्लोक कहते हैं, खैर इत्थे तक 26वें श्लोक तक सानू ये समझ आई कि 23वां श्लोक है सुपना पेखना, ये तेरा इल्यूजन है, ये सच्चा नहीं। 24वां श्लोक है माया नू टेक आधार ना बना, ये तेरे मन की कोई हेल्प नहीं करेगा। 25वां श्लोक है नथिंग इज परमानेंट हियर, कुछ भी परमानेंट नहीं है, इस करके किसी भी चीज़ नू तू अपने मन की परमानेंट टेक ना बना लै। जिसका बच्चा हर चीज़ मंगी जाता है, ये लेके ही रहूँगा, इस तरह ही साडे भी वड्डी उम्र वाले भी कहते हैं ये लेके ही रहूँगा। वो छोटी कार है, साडी वड्डी कार है, छोटा टॉय है, साडा वड्डा टॉय है। पति पत्नी आपस में शुरू से ये बात नहीं मानी, तुमको वो कहा था लेकर दो, जब तक नहीं लेकर दोगे मैं सुज्जी रहूंगी, है ना, सुज्जी रवांगी। फिर कोई आके कहेगा तुहाडे घर कोई आया तो मैं कहांगी लो तुहाडे आ गए, क्योंकि तुसी मैनू लैके नहीं सी दिता। ये सब कुछ परमानेंट नहीं है, वो लै देंगे फिर दूजा फिर तीजा, एक मुठ चुकी दूजी तैयार, एक मुठ चुकी, तेरा मन होर मंगता रहेगा। इस करके परमानेंट नहीं है। मत तू सोच कि मेरी आखिरी डिमांड है, तेरी आखिरी डिमांड कभी नहीं होएगी। भावें पति है, भावें पत्नी है, भावें वोटी ने बच्चे है, सस है, नूह है, जो मर्जी है, आखिरी डिमांड कदे नहीं होती। नथिंग 25वां है नथिंग इज परमानेंट ईयर, बुद्ध है। 26वां हंकार ना कर, ये मद है, इन्हां च तैनू सुख नहीं मिलेगा। सो असी समझिया 17वां 18वां 19वें श्लोक का एंड हंकार सी। हंकार छड़ दे हौमै तज दे तत् वो नर मुकत कहलांदा है। 20 21 22वां श्लोक सी हंकार तज दे आप अंतर है औरन ले तू धार हो जाता है। 23 24 25 26वां श्लोक है मद माया के अंत जम दी फाई पई रहती है। कहो नानक बिन हर भजन पर ताए जम फंद। हुण इस तो बाद इस जम दे फंदे तो होर सुचेत कराने वास्ते गुरु पातशाह अगे जगा रहे हैं। जो सुख को चाहे सदा। हुण ए जो दी तुसी स्पैलिंग पढ़ के देखो, जदों जज्जा लिख के होड़ा लिखिया होवे तां जो होंदा है हू सो एवर, जो कोई इंसान, पर इत्थे लिखिया जो, जज्जे नाल ऊड़ा औंकड़ बंद। जो मीन्स जे कर, अगर, जो सुख को चाहे सदा। हुण सुख को चाहे नू दुलावा ने चाहता है, अगर किनू कह रहे मन, ओए मेरे मन अगर तू सुख चाहता है ना, सदा सुख चाहता है ना, शरण राम की ले। जो सुख को चाहे सदा शरण राम की रे, कहो नानक सुन रे मना दुर्लभ मानुख दे। ए दुर्लभ मानुख दे एक तो स्टीरियोफोनिक बड़े हजारों सालों तो सुनाया जा रहा है। 84 लाख जून काटने के बाद हमको ये दुर्लभ मनुष्य देही मिलती है। पर दुर्लभ मानुख दे असी समझ चुके हाँ कि 5 तत्तां दे नाल सदगुणी गुणा दे नाल जिहड़ा असी अपना अंतर आत्मे दा जीवन एक क्रिएट करते हैं, उसनूं दुर्लभ मानुख दे कहते हैं।
ਜਿਹੜੀ ਬੜੀ ਮਿਹਨਤ ਨਾਲ ਪ੍ਰਾਪਤ ਕੀਤੀ ਜਾਏ ਉਸ ਨੂੰ ਦੁਰਲਭ ਕਹਿੰਦੇ ਨੇ। ਤਾਂ ਇਸ ਸ਼ਲੋਕ ਦੇ ਅਰਥ ਕੁਝ ਹੋਰ ਬਣ ਗਏ। ਕਬੀਰ ਮਾਨਸ ਜਨਮ ਦੁਲੰਭ ਹੈ। ਇਹ ਮਾਨਸ ਜਨਮ ਸਰੀਰ ਦੀ ਗੱਲ ਨਹੀਂ ਚੱਲ ਰਹੀ ਹੈ। ਜਿਹੜਾ ਤੂੰ ਆਤਮਿਕ ਜਨਮ ਇੱਕ ਕ੍ਰੀਏਟ ਕਰਨਾ ਚਾਹੁੰਦਾ ਨਾ, ਦੁਲੰਭ ਹੈ। ਵੈਰੀ ਟਫ ਬਟ ਵੈਰੀ ਈਜ਼ੀ ਇਫ ਯੂ ਗੈਟ ਸਤਿਗੁਰ ਦੀ ਮੱਤ। ਇਹ ਦੁਲੰਭ ਹੈ, ਹੋਤ ਨਾ ਬਾਰੰਬਾਰ। ਇਹ ਬਾਰ-ਬਾਰ ਨਹੀਂ ਹੋ ਸਕਦਾ। ਇੱਕ ਵਾਰੀ ਜੇ ਇਹਨੂੰ ਅਚੀਵ ਕਰ ਲੋ ਤਾਂ ਬਿਲਕੁਲ ਇੰਜ ਅਚੀਵ ਹੋ ਜਾਂਦਾ ਜਿਉਂ ਬੰਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਫਲ ਨੂੰ ਪੱਕਣ ਵਾਸਤੇ ਪੇੜ ਤੇ ਲੱਗਣਾ ਪੈਂਦਾ। ਜਿਹੜਾ ਫਲ ਪੱਕ ਜਾਂਦਾ ਹੈ ਉਹ ਪੂਰਨ ਤੌਰ ਤੇ ਪੱਕ ਕੇ ਆਪੇ ਰੱਬੀ ਨਿਯਮ ਵਿੱਚ ਪੱਕ ਕੇ ਡਿੱਗ ਪੈਂਦਾ ਹੈ। ਇਸ ਕਰਕੇ ਜਿਹੜਾ ਮਨੁੱਖ ਸੱਚ ਨਾਲ ਜੁੜ ਗਿਆ ਉਹ ਫਿਰ ਡੋਲਦਾ ਨਹੀਂ। ਉਸ ਨੂੰ ਆਪਣੇ ਆਪ ਨੂੰ ਘੜਨ ਵਾਸਤੇ ਮੁੜ ਡਾਰ ਤੇ ਨਹੀਂ ਲੱਗਣਾ ਪੈਂਦਾ। ਕਿਉਂ? ਕਿਉਂਕਿ ਉਸਨੇ ਦੁਲੰਭ ਮਾਨਸ ਜਨਮ ਪ੍ਰਾਪਤ ਕਰ ਲਿਆ ਹੈ। ਇਸ ਸਰੀਰ ਨੂੰ ਮਾਨਸ ਜਨਮ ਨਹੀਂ ਕਹਿੰਦੇ ਨੇ। ਇਸ ਸਰੀਰ ਨੂੰ ਤਾਂ ਕਬੀਰ ਸਾਹਿਬ ਕਹਿੰਦੇ ਨੇ ਇਹ ਪਸ਼ੂ ਮਾਨਸ ਚੰਮ ਪਲੇਟੇ ਨੇ, ਅੰਦਰੋਂ ਕਾਲਿਆ। ਅਸੀਂ ਪਸ਼ੂ ਹਾਂ, ਮਨੁੱਖਾਂ ਵਾਲੀ ਅਸੀਂ ਚਮੜੀ ਪਲਾਸਟਿਕ ਸਰਜਰੀ ਚਾਰੋਂ ਪਾਸੋਂ ਕਰਾਈ ਹੋਈ ਹੈ। ਵੈਸੇ ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤ ਹਾਂ। मानस जन्म दुर्लभ जे प्राप्त करना ते 5 तत्व को तन रचियो करना पेगा। दुर्लभ मानुख दे प्राप्त हो